ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਇੱਕ ਵਾਰੀ ਫਿਰ ਤੁਹਾਡੇ ਆਪਣੇ YouTube ਚੈਨਲ ਪੀ ਸਟਾਰਟ ਸਟੱਡੀ ਨੋਟਸ ਦੇ ਉੱਪਰ ਜੀ। ਸੋ ਪੀ ਸਟਾਰਟ 2 ਦੀ ਤਿਆਰੀ ਕਰ ਰਹੇ ਵਿਦਿਆਰਥੀ ਜਿਨ੍ਹਾਂ ਦਾ ਕੰਬੀਨੇਸ਼ਨ SST ਜੀ, ਉਹਨਾਂ ਵਾਸਤੇ ਅੱਜ ਅਸੀਂ ਲੈ ਕੇ ਆਏ ਜੀ ਸੰਡੇ ਮੌਕ ਟੈਸਟ ਹੈ ਜੀ। SST ਦਾ ਮੌਕ ਟੈਸਟ ਕਹਿ ਲਓ, ਮਾਡਲ ਟੈਸਟ ਪੇਪਰ ਕਹਿ ਲਓ ਇਸ ਨੂੰ, ਕਿਉਂਕਿ ਜਿਸ ਤਰ੍ਹਾਂ ਦਾ ਸਾਡਾ ਐਗਜ਼ਾਮ ਆਉਣਾ ਹੈ ਉਸੇ ਤਰ੍ਹਾਂ 60 ਨੰਬਰ ਦਾ ਅਸੀਂ ਅੱਜ ਜਿਹੜਾ ਮੌਕ ਟੈਸਟ ਹੈ, ਮਾਡਲ ਟੈਸਟ ਪੇਪਰ ਹੈ ਲੈ ਕੇ ਆਏ ਹਾਂ। ਸੋ ਇਹਨਾਂ 60 ਕੁਐਸਚਨ ਦੇ ਰਾਹੀਂ ਤੁਹਾਡੇ ਪੂਰੇ ਸਿਲੇਬਸ ਦੀ ਰਿਵੀਜ਼ਨ ਹੋਣ ਜਾ ਰਹੀ ਹੈ ਔਰ ਕਿੰਨਾ ਕੁ ਤੁਸੀਂ ਜਿਹੜਾ ਹੁਣ ਤੱਕ ਤਿਆਰੀ ਕਰ ਚੁੱਕੇ ਹੋ, ਸੋ ਉਸ ਦਾ ਵੀ ਆਪਾਂ ਨੂੰ ਇਸ ਵੀਡੀਓ ਦੇ ਰਾਹੀਂ ਜਿਹੜਾ ਹੈ ਪਤਾ ਲੱਗ ਜਾਏਗਾ। ਨਵੇਂ ਵਿਦਿਆਰਥੀ ਨੇ ਜਿਹੜੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੀ। ਇਸ ਤੋਂ ਪਹਿਲਾਂ ਅਸੀਂ ਕਾਫੀ ਜ਼ਿਆਦਾ ਵੀਡੀਓ ਅਪਲੋਡ ਕਰ ਚੁੱਕੇ ਹਾਂ ਜੋ ਕਾਫੀ ਹੈਲਪਫੁਲ ਨੇ ਤੁਹਾਡੀ PSTET ਦੀ ਪ੍ਰਿਪਰੇਸ਼ਨ ਦੇ ਲਈ। ਔਰ ਜੋ 18 ਔਰ 20 ਦੇ ਵਿੱਚ ਟੈਟ ਹੋਇਆ ਉਸ ਦੇ ਵਿੱਚ ਬਹੁਤ ਜ਼ਿਆਦਾ ਲਗਭਗ ਜਿਹੜੇ 90% ਕੁਐਸਚਨ ਨੇ ਉਹ ਸਾਡੀਆਂ ਕਰਵਾਈਆਂ ਹੋਈਆਂ ਵੀਡੀਓ ਦੇ ਵਿੱਚੋਂ ਆਏ ਨੇ। ਸੋ ਲਾਸਟ ਈਅਰ ਦੇ ਪ੍ਰੀਵੀਅਸ ਈਅਰ ਜਿਹੜੇ ਐਗਜ਼ਾਮ ਨੇ ਉਹ ਵੀ ਅਪਲੋਡ ਨੇ, ਸੋ ਉਹਨਾਂ ਦੀ ਹੈਲਪ ਵੀ ਤੁਸੀਂ ਲੈ ਸਕਦੇ ਹੋ। ਇਸ ਤੋਂ ਇਲਾਵਾ CDP ਦੀਆਂ, PSTET 1 ਦੇ ਲਈ, EVS ਦੀਆਂ ਔਰ ਪੰਜਾਬੀ ਦੀਆਂ ਵੀਡੀਓ ਵੀ ਅਪਲੋਡ ਨੇ ਜੋ ਕਾਫੀ ਹੈਲਪਫੁਲ ਨੇ ਤੁਹਾਡੀ ਪ੍ਰੈਪਰੇਸ਼ਨ ਦੇ ਲਈ ਜੀ। ਔਰ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ 60 ਮਾਰਕਸ ਦੇ ਵਿੱਚੋਂ ਤੁਹਾਨੂੰ ਕਿੰਨੇ ਮਾਰਕਸ ਜਿਹੜੇ ਨੇ ਆਏ ਨੇ ਜੀ। ਸੋ ਸਭ ਤੋਂ ਪਹਿਲਾਂ ਥੋੜਾ ਪੈਟਰਨ ਬਾਰੇ ਗੱਲ ਕਰ ਲਈਏ ਤਾਂ ਹਿਸਟਰੀ ਦੇ ਜਿਹੜੇ ਨੇ 20 ਕੁਐਸਚਨ ਆਉਣੇ ਨੇ ਜੀ ਆਪਾਂ ਨੂੰ ਐਗਜ਼ਾਮ ਦੇ ਵਿੱਚ ਸਿਲੇਬਸ ਦੇ ਅਕੋਰਡਿੰਗ। ਜੋਗਰਾਫੀ ਦੇ 15 ਜੀ, ਸਿਵਿਕਸ ਦੇ 15 ਔਰ ਪੈਡਾਗੋਗੀ ਜਿਹੜੀ ਹੈ ਉਸ ਦੇ ਜਿਹੜੇ ਨੇ 10 ਕੁਐਸਚਨ ਆਉਣੇ ਨੇ ਜੀ। 60 ਟੋਟਲ ਆਉਣੇ ਨੇ। ਔਰ ਇੱਕ ਚੀਜ਼ ਹੋਰ ਧਿਆਨ 'ਚ ਰੱਖਿਓ, ਜੇਕਰ ਤੁਸੀਂ SST ਦੀ ਵਧੀਆ ਪ੍ਰੈਪਰੇਸ਼ਨ ਕਰ ਰਹੇ ਹੋ, 60 ਦੇ ਵਿੱਚੋਂ 45 ਨੰਬਰ ਜੇਕਰ ਤੁਸੀਂ ਲੈ ਜਾਂਦੇ ਹੋ SST ਦੇ ਵਿੱਚੋਂ, ਤਾਂ ਤੁਹਾਨੂੰ ਕੋਈ ਵੀ PSTET ਐਗਜ਼ਾਮ ਜਿਹੜਾ ਕਲੀਅਰ ਕਰਨ ਤੋਂ ਰੋਕ ਨਹੀਂ ਸਕਦਾ, ਕਿਉਂਕਿ 45 ਇਸ ਦੇ ਹੋ ਗਏ ਔਰ ਉਸ ਤੋਂ ਬਾਅਦ 20 ਨੰਬਰ ਆਪਣੇ ਲਗਭਗ ਪੰਜਾਬੀ 'ਚੋਂ ਆ ਜਾਂਦੇ ਨੇ ਔਰ ਉਸ ਤੋਂ ਪਿੱਛੇ CDP ਔਰ ਇੰਗਲਿਸ਼ ਦੇ ਵਿੱਚੋਂ ਲਗਭਗ ਅਸੀਂ ਜਿਹੜੇ 30 ਨੰਬਰ ਨੇ ਆਰਾਮ ਨਾਲ ਲੈ ਜਾਂਦੇ ਹਾਂ। ਔਰ ਇਸ ਤਰੀਕੇ ਨਾਲ ਸਾਡਾ ਜਿਹੜਾ ਆਪਾਂ ਨੂੰ 90 ਨੰਬਰ ਚਾਹੀਦੇ ਨੇ, 90 ਤੋਂ ਵੱਧ ਹੀ ਨੰਬਰ ਜਿਹੜੇ ਨੇ ਆਪਣੇ ਉਹ ਐਗਜ਼ਾਮ ਦੇ ਵਿੱਚ ਆ ਜਾਂਦੇ ਨੇ ਜੀ ਬੜੇ ਈਜ਼ਲੀ ਜੀ। ਸੋ ਸਟਾਰਟ ਕਰਦੇ ਹਾਂ ਜੀ ਅੱਜ ਦਾ ਮੌਕ ਟੈਸਟ। ਫਸਟ ਕੁਐਸਚਨ ਹੈ ਜੀ, ਕੁਐਸਚਨ ਨੰਬਰ 1 ਹੈ ਜੀ, ਅਲਾਉਦੀਨ ਖਿਲਜੀ ਦੇ ਸ਼ਾਸਨ ਕਾਲ ਵਿੱਚ ਖਰਾਜ ਦੀ ਦਰ ਕੀ ਸੀ? ਆਪਸ਼ਨ A ਹੈ ਜੀ ਉਪਜ ਦਾ 30%, B ਹੈ ਜੀ ਉਪਜ ਦਾ 40%, C ਹੈ ਜੀ ਉਪਜ ਦਾ 50%, D ਹੈ ਜੀ ਉਪਜ ਦਾ 60%। ਸੋ ਥੋੜ੍ਹਾ ਸਪੀਡ ਨਾਲ ਚੱਲਾਂਗੇ। ਜੇ ਕੋਈ ਚਾਹੇ ਆਨਸਰ ਬਾਰੇ ਕੋਈ ਸੋਚਣਾ ਤਾਂ ਵੀਡੀਓ ਨੂੰ ਪੌਜ਼ ਕਰ ਸਕਦੇ ਹੋ ਜੀ। ਤਾਂ ਫਸਟ ਕੁਐਸਚਨ ਦਾ ਜਿਹੜਾ ਆਨਸਰ ਹੈ ਆਪਸ਼ਨ C ਹੈ ਜੀ। ਸੋ ਖਰਾਜ ਕੀ ਸੀ ਜੀ? ਇੱਕ ਤਰ੍ਹਾਂ ਦਾ ਜਿਹੜਾ ਹੈ ਭੂਮੀ ਘਰ ਆਪਾਂ ਕਹਿ ਸਕਦੇ ਹਾਂ ਜੀ। ਅਲਾਉਦੀਨ ਖਿਲਜੀ ਨੇ 1296 ਤੋਂ ਲੈ ਕੇ 1316 ਈਸਵੀ ਤੱਕ ਰਾਜ ਕੀਤਾ ਸੀ ਔਰ ਉਸ ਦੇ ਸਮੇਂ ਜਿਹੜਾ ਭੂਮੀ ਘਰ ਸੀ ਉਹ 1/2 ਹਿੱਸਾ ਸੀ ਜੀ ਉਪਜ ਦਾ। ਸੋ 50% ਬਣਦਾ ਜੀ, 1/2 ਵੀ ਲਿਖਿਆ ਆ ਸਕਦਾ, ਸੋ ਕਨਫਿਊਜ਼ ਨਹੀਂ ਹੋਣਾ। ਔਰ ਇਸ ਤੋਂ ਇਲਾਵਾ ਉਸਨੇ ਕੁਝ ਨਵੇਂ ਕਰ ਵੀ ਜਿਹੜੇ ਨੇ ਸ਼ੁਰੂ ਕੀਤੇ ਸੀ, ਜਿਵੇਂ ਚਰਾਈ ਕਰ ਦੁਧਾਰੂ ਪਸ਼ੂਆਂ 'ਤੇ ਲਗਾਇਆ ਸੀ ਔਰ ਘਰਾਂ 'ਤੇ ਟੈਕਸ ਵੀ ਲਗਾਇਆ ਸੀ ਅਲਾਉਦੀਨ ਖਿਲਜੀ ਨੇ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 2, ਮਹਿਮੂਦ ਗਜ਼ਨਵੀ ਨੇ ਸੋਮਨਾਥ ਦੇ ਮੰਦਿਰ 'ਤੇ ਹਮਲਾ ਕਦੋਂ ਕੀਤਾ ਜੀ? ਆਪਸ਼ਨ ਹੈ ਜੀ 1027 ਈਸਵੀ, B ਹੈ 1025 ਈਸਵੀ, C ਹੈ ਜੀ 1012 ਈਸਵੀ, D ਹੈ 1000 ਈਸਵੀ। ਆਨਸਰ ਆਏਗਾ ਜੀ ਆਪਸ਼ਨ B 1025 ਈਸਵੀ ਦੇ ਵਿੱਚ ਸੋਮਨਾਥ ਦੇ ਮੰਦਿਰ ਦੇ ਉੱਤੇ ਹਮਲਾ ਕੀਤਾ ਸੀ ਜੀ ਮਹਿਮੂਦ ਗਜ਼ਨਵੀ ਨੇ। ਔਰ ਕੁੱਲ 17 ਹਮਲੇ ਕੀਤੇ ਸੀ 1001 ਤੋਂ ਲੈ ਕੇ 1027 ਤੱਕ ਜੀ। ਅਗਲਾ ਕੁਐਸਚਨ ਹੈ ਜੀ ਆਪਣਾ ਕੁਐਸਚਨ ਨੰਬਰ 3, ਦਿੱਲੀ ਦਾ ਪਹਿਲਾ ਤੁਰਕ ਸ਼ਾਸਕ ਸੀ? ਆਪਸ਼ਨ ਹੈ ਜੀ ਮੁਹੰਮਦ ਗੌਰੀ, B ਹੈ ਜੀ ਇਲਤੁਤਮਿਸ਼, C ਹੈ ਜੀ ਕੁਤਬੁੱਦੀਨ ਐਬਕ, D ਹੈ ਜੀ ਰਜ਼ੀਆ ਸੁਲਤਾਨ। ਆਨਸਰ ਹੈ ਜੀ ਆਪਸ਼ਨ C ਕੁਤਬੁੱਦੀਨ ਐਬਕ ਜਿਹੜਾ ਹੈ ਪਹਿਲਾ ਤੁਰਕ ਸ਼ਾਸਕ ਸੀ ਜੀ ਦਿੱਲੀ ਦਾ, ਜਿਸਨੇ 1206 ਤੋਂ ਲੈ ਕੇ 1210 ਈਸਵੀ ਤੱਕ ਰਾਜ ਕੀਤਾ ਔਰ ਉਸ ਦੀ ਜਿਹੜੀ ਮੌਤ ਹੋਈ ਸੀ ਆਧੁਨਿਕ ਪੋਲੋ ਖੇਡਦੇ ਹੋਏ 1210 ਦੇ ਵਿੱਚ ਜਿਹੜਾ ਹੈ ਘੋੜੇ ਤੋਂ ਡਿੱਗ ਕੇ ਹੋਈ ਸੀ। ਕਈ ਵਾਰੀ ਕੁਐਸਚਨ ਆ ਜਾਂਦਾ ਕਿ ਘੋੜੇ ਤੋਂ ਡਿੱਗ ਕੇ ਕਿਸ ਦਿੱਲੀ ਸਲਤਨਤ ਦੇ ਸ਼ਾਸਕ ਦੀ ਮੌਤ ਹੋਈ ਸੀ? ਕੁਤਬੁੱਦੀਨ ਐਬਕ ਦੀ। ਔਰ ਇੱਥੇ ਇੱਕ ਹੋਰ ਇੰਪੋਰਟੈਂਟ ਕੁਐਸਚਨ ਹੈ ਜੀ, ਰਜ਼ੀਆ ਸੁਲਤਾਨ ਜਿਹੜੀ ਹੈ ਪਹਿਲੀ ਤੇ ਆਖਰੀ ਮੁਸਲਿਮ ਸ਼ਾਸਕਾ ਸੀ ਦਿੱਲੀ ਦੀ ਜੀ। ਕੁਐਸਚਨ ਨੰਬਰ ਅੱਗੇ 4 ਹੈ ਜੀ, ਦਿੱਲੀ ਸਲਤਨਤ ਦਾ ਇੱਕਮਾਤਰ ਸ਼ਾਸਕ ਜਿਸ ਦੀ ਮੌਤ ਯੁੱਧ ਲੜਦੇ ਹੋਏ ਹੋਈ? ਆਪਸ਼ਨ ਹੈ ਜੀ ਸਿਕੰਦਰ ਲੋਧੀ, B ਹੈ ਜੀ ਇਬਰਾਹਿਮ ਲੋਧੀ, C ਹੈ ਜੀ ਮੁਬਾਰਕ ਸ਼ਾਹ, D ਹੈ ਜੀ ਬਹਿਲੋਲ ਲੋਧੀ ਜੀ। ਆਨਸਰ ਆਏਗਾ ਜੀ ਆਪਸ਼ਨ B ਇਬਰਾਹਿਮ ਲੋਧੀ ਦੀ ਮੌਤ ਜਿਹੜੀ ਹੈ ਯੁੱਧ ਲੜਦੇ ਹੋਏ ਜਿਹੜੀ ਹੈ ਹੋਈ ਸੀ ਜੀ। 1517 ਤੋਂ ਲੈ ਕੇ 1526 ਈਸਵੀ ਤੱਕ ਉਸਨੇ ਰਾਜ ਕੀਤਾ ਸੀ ਔਰ 1526 ਈਸਵੀ ਦੇ ਵਿੱਚ ਜਿਹੜਾ ਹੈ ਪਾਣੀਪਤ ਦੀ ਪਹਿਲੀ ਲੜਾਈ ਦੇ ਵਿੱਚ ਇਬਰਾਹਿਮ ਲੋਧੀ ਨੂੰ ਬਾਬਰ ਨੇ ਹਰਾ ਕੇ ਜਿਹੜਾ ਹੈ ਮੁਗਲ ਜਿਹੜਾ ਹੈ ਸ਼ਾਸਨ ਉਸ ਦੀ ਨੀਂਹ ਰੱਖੀ ਸੀ ਜੀ। ਔਰ ਇੱਥੇ ਕਈ ਵਾਰੀ ਜਿਹੜਾ ਕੁਐਸਚਨ ਇਹ ਵੀ ਆ ਜਾਂਦਾ ਹੈ ਕਿ ਕਿਸ ਯੁੱਧ ਦੇ ਵਿੱਚ ਇੱਕ ਜਿਹੜਾ ਹੈ
ਖਾਨਦਾਨ ਦਾ ਜਿਹੜਾ ਅੰਤ ਹੋਇਆ ਸੀ, ਦੂਸਰੇ ਦਾ ਜਿਹੜਾ ਸ਼ਾਸਨ ਆਰੰਭ ਹੋਇਆ ਸੀ, ਤਾਂ ਉਹ ਪਾਣੀਪਤ ਦੀ ਲੜਾਈ ਹੀ ਸੀ ਜੀ 1526 ਈਸਵੀ ਦੇ ਵਿੱਚ, ਜਿਸ ਦਾ ਲੋਧੀ ਵੰਸ਼ ਦਾ ਜਿਹੜਾ ਨਾਸ਼ ਹੋਇਆ ਸੀ। ਅਗਰ ਮੁਗਲ ਵੰਸ਼ ਦੀ ਜਿਹੜੀ ਨੀਂਹ ਹੈ ਉਹ ਰੱਖੀ ਗਈ ਸੀ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 5, ਅਕਬਰ ਦਾ ਰਾਜ ਅਭਿਸ਼ੇਕ ਕਦੋਂ ਹੋਇਆ? ਆਪਸ਼ਨ ਏ ਹੈ ਜੀ 1542, ਬੀ ਹੈ 1556, ਸੀ ਹੈ 1605, ਡੀ ਹੈ ਜੀ 1558। ਆਨਸਰ ਹੈ ਜੀ ਆਪਸ਼ਨ ਬੀ ਜੀ 1556 ਈਸਵੀ ਦੇ ਵਿੱਚ ਅਕਬਰ ਦਾ ਜਿਹੜਾ ਰਾਜ ਅਭਿਸ਼ੇਕ ਹੋਇਆ ਸੀ 13 ਸਾਲ ਦੀ ਉਮਰ ਦੇ ਵਿੱਚ, ਕਲਾਨੌਰ ਦੇ ਵਿੱਚ। ਜੇਕਰ ਪੁੱਛਿਆ ਜਾਏ ਕਿ ਰਾਜ ਅਭਿਸ਼ੇਕ ਕਿੱਥੇ ਹੋਇਆ ਸੀ, ਕਲਾਨੌਰ ਦੇ ਵਿੱਚ। ਔਰ ਫਿਰ ਜਿਹੜਾ ਉਹ ਬੈਰਮ ਖਾਂ ਦੀ ਸਰਪ੍ਰਸਤੀ ਦੇ ਵਿੱਚ ਰਿਹਾ ਸੀ ਜੀ। ਇੰਪੋਰਟੈਂਟ ਕੁਐਸਚਨ ਹੈ, ਕਿਸ ਦੀ ਸਰਪ੍ਰਸਤੀ ਦੇ ਵਿੱਚ ਰਿਹਾ ਅਕਬਰ ਜਦੋਂ ਜਿਹੜਾ ਹੈ ਗੱਦੀ 'ਤੇ ਬੈਠਾ ਸੀ? ਤਾਂ ਬੈਰਮ ਖਾਂ ਦੀ ਸਰਪ੍ਰਸਤੀ ਦੇ ਵਿੱਚ ਰਿਹਾ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 6, ਇੰਡਿਕਾ ਪ੍ਰਸਿੱਧ ਪੁਸਤਕ ਦਾ ਲੇਖਕ ਹੈ? ਆਪਸ਼ਨ ਹੈ ਜੀ ਹਿਊਨ-ਸਾਂਗ, ਬੀ ਹੈ ਮੈਗਥਨੀਜ਼, ਸੀ ਹੈ ਜੀ ਟਾਲੇਮੀ, ਡੀ ਹੈ ਜੀ ਚੰਦਰਗੁਪਤ ਦੂਸਰਾ। ਆਨਸਰ ਆਏਗਾ ਆਪਸ਼ਨ ਬੀ ਜੀ, ਮੈਗਥਨੀਜ਼ ਦੀ ਬੁੱਕ ਹੈ ਜੀ ਇੰਡਿਕਾ, ਔਰ ਚੰਦਰਗੁਪਤ ਦੇ ਦਰਬਾਰ ਦੇ ਵਿੱਚ ਆਇਆ ਸੀ ਜੀ ਸੈਲਿਊਕਸ ਦਾ ਰਾਜਦੂਤ ਬਣ ਕੇ ਮੈਗਥਨੀਜ਼। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 7, ਮੋਹਨਜੋਦੜੋ ਦੀ ਖੋਜ ਕਿਸਨੇ ਕੀਤੀ? ਆਪਸ਼ਨ ਹੈ ਜੀ ਦਇਆਰਾਮ ਸਾਨੀ, ਬੀ ਹੈ ਜੀ ਫਜ਼ਲ ਅਹਿਮਦ, ਸੀ ਹੈ ਰੰਗਾਨਾਥ ਰਾਵ, ਡੀ ਹੈ ਜੀ ਇਹਨਾਂ ਵਿੱਚੋਂ ਕੋਈ ਨਹੀਂ। ਆਨਸਰ ਆਏਗਾ ਜੀ ਆਪਸ਼ਨ ਡੀ, ਰਾਖਲ ਦਾਸ ਬੈਨਰਜੀ ਨੇ ਜਿਹੜੀ ਹੈ ਮੋਹਨਜੋਦੜੋ ਦੀ ਜਿਹੜੀ ਹੈ ਖੋਜ ਕੀਤੀ ਸੀ। ਸਿੰਧ ਘਾਟੀ ਸੱਭਿਅਤਾ ਦਾ ਪ੍ਰਮੁੱਖ ਨਗਰ ਹੈ ਜੀ, ਔਰ 1922 ਦੇ ਵਿੱਚ ਇਸ ਦੀ ਜੇਕਰ ਪੁੱਛਿਆ ਜਾਏ ਕਿ ਮੋਹਨਜੋਦੜੋ ਦੀ ਖੋਜ ਕਦੋਂ ਹੋਈ ਸੀ? 1922 ਦੇ ਵਿੱਚ ਹੋਈ ਸੀ। ਕਿਸਨੇ ਕੀਤੀ? ਰਾਖਲ ਦਾਸ ਬੈਨਰਜੀ ਨੇ। ਔਰ ਮੋਹਨਜੋਦੜੋ ਨੂੰ ਮੁਰਦਿਆਂ ਦਾ ਟਿੱਲਾ ਵੀ ਕਿਹਾ ਜਾਂਦਾ ਜੀ। ਕੁਐਸਚਨ ਨੰਬਰ 8 ਹੈ ਜੀ ਮੈਸੋਪਟਾਮੀਆ ਦੀਆਂ ਬੇਲਨਕਾਰ ਮੋਹਰਾਂ ਸਿੰਧੂ ਘਾਟੀ ਦੇ ਕਿਸ ਨਗਰ ਤੋਂ ਪ੍ਰਾਪਤ ਹੋਈਆਂ ਹਨ? ਆਪਸ਼ਨ ਏ ਜੀ ਧੌਲਾਵੀਰਾ, ਬੀ ਹੈ ਜੀ ਲੋਥਲ, ਸੀ ਹੈ ਕਾਲੀਬੰਗਾ, ਡੀ ਹੈ ਜੀ ਰੋਪੜ। ਆਨਸਰ ਆਏਗਾ ਆਪਸ਼ਨ ਸੀ ਜੀ, ਕਾਲੀਬੰਗਾ ਤੋਂ ਜਿਹੜੀਆਂ ਮੈਸੋਪਟਾਮੀਆ ਦੀਆਂ ਬੇਲਨਕਾਰ ਮੋਹਰਾਂ ਪ੍ਰਾਪਤ ਹੋਈਆਂ ਨੇ, ਜਿਸ ਤੋਂ ਪਤਾ ਲੱਗਦਾ ਕਿ ਸਿੰਧੂ ਘਾਟੀ ਦੇ ਲੋਕਾਂ ਦਾ ਜਿਹੜਾ ਦੂਜੀ ਸੱਭਿਅਤਾ ਸੀ ਉਸ ਸਮੇਂ ਦੀਆਂ, ਜਿਵੇਂ ਮੈਸੋਪਟਾਮੀਆ ਦੀ ਸੱਭਿਅਤਾ ਹੋ ਗਈ, ਚੀਨ ਦੀ ਸੱਭਿਅਤਾ ਹੋ ਗਈ, ਉਹਦੇ ਨਾਲ ਜਿਹੜੇ ਵਪਾਰਕ ਸੰਬੰਧ ਸੀ। ਔਰ ਜੇਕਰ ਆਪਾਂ ਖੋਜ ਦੀ ਗੱਲ ਕਰੀਏ ਤਾਂ ਜਿਹੜਾ ਹੈ ਕਾਲੀਬੰਗਾ ਦੀ ਖੋਜ ਕੀਤੀ ਸੀ ਜੀ ਅਮਲਾਨੰਦ ਘੋਸ਼ ਨੇ 1953 ਵਿੱਚ, ਔਰ ਇਹ ਜਿਹੜਾ ਸਥਾਨ ਕਾਲੀਬੰਗਾ ਹੈ ਸ਼੍ਰੀ ਗੰਗਾ ਨਗਰ ਰਾਜਸਥਾਨ ਦੇ ਵਿੱਚ ਹੈ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ ਆਪਣਾ 9 ਹੈ ਜੀ, ਮਹਾਵੀਰ ਸਵਾਮੀ ਜੈਨ ਧਰਮ ਦੇ ਕਿੰਨਵੇਂ ਤੀਰਥੰਕਰ ਹੋਏ ਹਨ? ਆਪਸ਼ਨ ਹੈ ਜੀ 22ਵੇਂ, ਬੀ ਹੈ 23ਵੇਂ, ਸੀ ਹੈ 24ਵੇਂ, ਡੀ ਹੈ ਜੀ 25ਵੇਂ। ਆਨਸਰ ਆਏਗਾ ਆਪਸ਼ਨ ਸੀ ਜੀ, 24ਵੇਂ ਤੀਰਥੰਕਰ ਸੀ, ਔਰ 23ਵੇਂ ਜਿਹੜੇ ਸੀ ਉਹ ਪਾਰਸ਼ਵਨਾਥ ਸੀ ਜੀ। ਕੁਐਸਚਨ ਨੰਬਰ ਹੈ ਜੀ 10, ਇਲਤੁਤਮਿਸ਼ ਨੇ ਜੀਤਲ ਅਤੇ ਟਕਾਨਾਮੀ ਸਿੱਕੇ ਚਲਾਏ ਜੋ ਕਿ ਕਨਵਰ ਸਨ? ਆਪਸ਼ਨ ਹੈ ਜੀ ਤਾਂਬੇ ਤੇ ਚਾਂਦੀ ਦੇ, ਬੀ ਹੈ ਸੋਨੇ ਚਾਂਦੀ ਦੇ, ਸੀ ਆਪਸ਼ਨ ਹੈ ਜੀ ਚਾਂਦੀ ਸੋਨੇ ਦੇ, ਡੀ ਹੈ ਜੀ ਚਾਂਦੀ ਤਾਂਬੇ ਦੇ। ਆਨਸਰ ਆਏਗਾ ਆਪਸ਼ਨ ਏ ਜੀ, ਤਾਂਬੇ ਦੇ ਸਿੱਕੇ ਸੀ, ਜਾਣੀ ਕਿ ਜਿਹੜੇ ਜੀਤਲ ਸੀ ਉਹ ਤਾਂਬੇ ਦਾ ਸੀ ਸਿੱਕਾ, ਔਰ ਜਿਹੜਾ ਟਕਾ ਸੀ ਉਹ ਚਾਂਦੀ ਦਾ ਸੀ। ਕੁਐਸਚਨ ਆ ਸਕਦਾ ਹੈ ਕਿ ਜੀਤਲ ਤੇ ਟਕਾ ਕਿਸਨੇ ਚਲਾਏ? ਇਲਤੁਤਮਿਸ਼ ਨੇ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 11, ਹਲਦੀ ਘਾਟ ਦਾ ਪ੍ਰਸਿੱਧ ਯੁੱਧ ਕਦੋਂ ਹੋਇਆ? ਆਪਸ਼ਨ ਹੈ ਜੀ 1574 ਈਸਵੀ, ਬੀ ਹੈ 1575 ਈਸਵੀ, ਸੀ ਹੈ ਜੀ 1576 ਈਸਵੀ, ਡੀ ਹੈ ਜੀ 1676 ਈਸਵੀ। ਆਨਸਰ ਹੈ ਜੀ ਆਪਸ਼ਨ ਸੀ, 1576 ਈਸਵੀ ਦੇ ਵਿੱਚ ਹੋਇਆ ਸੀ ਜੀ, ਜਿਸ ਦੇ ਵਿੱਚ ਅਕਬਰ ਦੇ ਸੈਨਾਪਤੀ ਮਾਨ ਸਿੰਘ ਨੇ ਮੇਵਾੜ ਦੇ ਸ਼ਾਸਕ ਮਹਾਰਾਣਾ ਪ੍ਰਤਾਪ ਨੂੰ ਹਰਾਇਆ ਸੀ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 12, ਭਾਰਤ ਵਿੱਚ ਸਭ ਤੋਂ ਪਹਿਲਾਂ ਆਉਣ ਵਾਲੀ ਯੂਰਪੀ ਸ਼ਕਤੀ ਸੀ? ਆਪਸ਼ਨ ਹੈ ਜੀ ਅੰਗਰੇਜ਼, ਬੀ ਹੈ ਜੀ ਡੱਚ, ਸੀ ਹੈ ਜੀ ਫਰਾਂਸੀਸੀ, ਡੀ ਹੈ ਜੀ ਪੁਰਤਗਾਲੀ। ਆਨਸਰ ਹੈ ਜੀ ਆਪਸ਼ਨ ਡੀ, ਪੁਰਤਗਾਲੀ ਸਭ ਤੋਂ ਪਹਿਲਾਂ ਆਇਆ ਸੀ, ਔਰ ਜਿਹੜਾ ਹੈ ਉਸ ਤੋਂ ਬਾਅਦ ਡੱਚ, ਫਿਰ ਅੰਗਰੇਜ਼, ਫਿਰ ਡੇਨ ਅਤੇ ਫਿਰ ਫਰਾਂਸੀਸੀ ਜਿਹੜੇ ਨੇ ਉਹ ਭਾਰਤ ਦੇ ਵਿੱਚ ਆਏ ਸੀ। ਔਰ ਜਿਹੜਾ ਹੈ ਕਈ ਵਾਰੀ ਕੁਐਸਚਨ ਆ ਜਾਂਦਾ ਕਿ ਸਭ ਤੋਂ ਪਹਿਲਾਂ ਸਮੁੰਦਰੀ ਰਸਤੇ ਦੀ ਖੋਜ ਕਿਸ ਨੇ ਕੀਤੀ? ਤਾਂ ਪੁਰਤਗਾਲੀਆਂ ਨੇ ਕੀਤੀ ਸੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 13 ਹੈ ਜੀ, ਪਹਿਲਾ ਪੁਰਤਗਾਲੀ ਵਪਾਰੀ ਵਾਸਕੋ ਡ ਗਾਮਾ ਕਦੋਂ ਭਾਰਤ ਆਇਆ? ਆਪਸ਼ਨ ਹੈ ਜੀ 1495, ਬੀ ਹੈ ਜੀ 1498, ਸੀ ਹੈ 1598, ਡੀ ਆਪਸ਼ਨ ਹੈ ਜੀ 1698। ਆਨਸਰ ਹੈ ਜੀ ਆਪਸ਼ਨ ਬੀ, 1498 ਈਸਵੀ ਦੇ ਵਿੱਚ ਵਾਸਕੋ ਡ ਗਾਮਾ ਜਿਹੜਾ ਹੈ ਅੰਧ ਮਹਾਸਾਗਰ ਦੇ ਰਾਹੀਂ ਭਾਰਤ ਆਇਆ ਸੀ, ਔਰ ਕਾਲੀਕਟ ਉਤਰਿਆ ਸੀ ਜੀ।
ਸੋ ਜੇਕਰ ਸਪੀਡ ਜ਼ਿਆਦਾ ਲੱਗੇ ਤਾਂ ਪਲੀਜ਼ ਵੀਡੀਓ ਨੂੰ ਪੌਜ਼ ਕਰ ਲਿਓ ਜੀ। ਕੁਐਸਚਨ ਨੰਬਰ 14 ਹੈ ਜੀ, ਵਾਰਨ ਹੇਸਟਿੰਗ ਕਦੋਂ ਬੰਗਾਲ ਦਾ ਗਵਰਨਰ ਬਣਿਆ? ਆਪਸ਼ਨ ਹੈ ਜੀ 1773, ਬੀ ਹੈ 1774, ਸੀ ਹੈ 1784, ਡੀ ਹੈ ਜੀ 1785 ਜੀ। ਆਨਸਰ ਆਏਗਾ ਜੀ ਆਪਸ਼ਨ ਬੀ 1774 ਈਸਵੀ ਦੇ ਵਿੱਚ ਵਾਰਨ ਹੇਸਟਿੰਗ ਜਿਹੜਾ ਹੈ ਬੰਗਾਲ ਦਾ ਗਵਰਨਰ ਬਣਿਆ ਸੀ ਜੀ, ਔਰ 1774 ਤੋਂ ਲੈ ਕੇ 85 ਈਸਵੀ ਤੱਕ ਰਿਹਾ ਸੀ ਜੀ। ਕੁਐਸਚਨ ਨੰਬਰ ਕੇ 15 ਜੀ, ਭੂਮੀ ਦਾ ਸਥਾਈ ਬੰਦੋਬਸਤ ਕਿਸ ਦੁਆਰਾ ਕੀਤਾ ਗਿਆ? ਬਹੁਤ ਇੰਪੋਰਟੈਂਟ ਕੁਐਸਚਨ ਹੈ, ਬਹੁਤ ਵਾਰ ਆ ਚੁੱਕਾ ਜੀ। ਆਪਸ਼ਨ ਹੈ ਜੀ ਲਾਰਡ ਡਲਹੌਜੀ, ਬੀ ਹੈ ਜੀ ਵਾਰਨ ਹੇਸਟਿੰਗ, ਸੀ ਹੈ ਜੀ ਲਾਰਡ ਕਾਰਨਵਾਲਿਸ, ਡੀ ਹੈ ਜੀ ਵੈਲਜ਼ਲੀ। ਸਹੀ ਆਨਸਰ ਹੈ ਜੀ ਆਪਸ਼ਨ ਸੀ 1793 ਦੇ ਵਿੱਚ ਜਿਹੜਾ ਹੈ ਕਾਰਨਵਾਲਿਸ ਨੇ ਭੂਮੀ ਦਾ ਪਰਮਾਨੈਂਟ ਸੈਟਲਮੈਂਟ ਜਿਹੜੀ ਆ ਉਹ ਕੀਤੀ ਸੀ ਜੀ। ਅਗਲਾ ਕੁਐਸਚਨ ਹੈ ਜੀ, ਔਰ ਇਸ ਦਾ ਇੱਕ ਪੂਰੀ ਵੀਡੀਓ ਅਪਲੋਡ ਹੈ ਜੀ ਭੂਮੀ ਸੈਟਲਮੈਂਟ ਦੇ ਨਾਲ ਰਿਲੇਟਡ, ਜੋ ਵੀ ਮਹਿਲਵਾੜੀ ਪ੍ਰਬੰਧ ਰਿਹਾ ਜਾਂ ਸਥਾਈ ਬੰਦੋਬਸਤ ਰਿਹਾ, ਕਿਸ ਨੇ ਕੀਤਾ, ਕੀ ਹੁੰਦਾ ਸੀ, ਇਹ ਸਾਰਾ ਕੁਝ ਉਸ ਦੇ ਵਿੱਚ ਆਪਾਂ ਡਿਸਕਸ ਕੀਤਾ ਹੋਇਆ। ਨੈਕਸਟ ਹੈ ਜੀ ਕੁਐਸਚਨ ਨੰਬਰ 16 ਹੈ ਜੀ, ਰਣਜੀਤ ਸਿੰਘ ਨਾਲ ਅੰਮ੍ਰਿਤਸਰ ਦੀ ਸੰਧੀ ਕਿਸ ਦੁਆਰਾ ਕੀਤੀ ਗਈ? ਆਪਸ਼ਨ ਹੈ ਜੀ ਲਾਰਡ ਵੈਲਜ਼ਲੀ, ਬੀ ਹੈ ਜੀ ਲਾਰਡ ਮਿੰਟੋ, ਸੀ ਹੈ ਜੀ ਲਾਰਡ ਹੇਸਟਿੰਗ, ਡੀ ਹੈ ਜੀ ਲਾਰਡ ਮਾਓ। ਆਨਸਰ ਹੈ ਜੀ ਆਪਸ਼ਨ ਬੀ ਲਾਰਡ ਮਿੰਟੋ ਨੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਜਿਹੜਾ ਹੈ ਸੰਧੀ ਕੀਤੀ ਸੀ ਜੀ। ਅੰਮ੍ਰਿਤਸਰ ਦੀ ਸੰਧੀ ਬਹੁਤ ਇੰਪੋਰਟੈਂਟ ਹੈ, ਔਰ ਕੀਤੀ ਸੀ ਜੀ 1809 ਈਸਵੀ ਦੇ ਵਿੱਚ। ਕੁਐਸਚਨ ਨੰਬਰ ਅੱਗੇ 17 ਜੀ, ਵੁੱਡ ਡਿਸਪੈਚ ਸੰਬੰਧਿਤ ਸੀ। ਆਪਸ਼ਨ ਹੈ ਜੀ ਇਸਤਰੀ ਦੇ ਵੱਧ ਅਧਿਕਾਰਾਂ ਨਾਲ, ਬੀ ਹੈ ਜੀ ਸਿੱਖਿਆ ਨਾਲ, ਸੀ ਹੈ ਮੌਲਿਕ ਅਧਿਕਾਰਾਂ ਨਾਲ, ਡੀ ਹੈ ਜੀ ਉਪਰੋਕਤ ਸਾਰਿਆਂ ਦੇ ਨਾਲ ਜੀ। ਬਹੁਤ ਇੰਪੋਰਟੈਂਟ ਕੁਐਸਚਨ ਹੈ, ਰਿਪੀਟਡ ਕੁਐਸਚਨ ਹੈ ਸੀਟੈਟ ਔਰ ਪੀਐਸਟੈਟ ਦਾ ਜੀ। ਆਨਸਰ ਹੈ ਜੀ ਆਪਸ਼ਨ ਬੀ ਸਿੱਖਿਆ ਦੇ ਨਾਲ ਇਸ ਦਾ ਸੰਬੰਧ ਹੈ ਜੀ ਵੁੱਡ ਡਿਸਪੈਚ ਦਾ, ਔਰ 1854 ਈਸਵੀ ਦੇ ਵਿੱਚ ਜਿਹੜਾ ਹੈ ਡਲਹੌਜੀ ਦੁਆਰਾ ਇਹ ਪਾਸ ਕੀਤਾ ਗਿਆ ਸੀ। ਕੁਐਸਚਨ ਨੰਬਰ ਅੱਗੇ ਹੈ ਜੀ, ਇੱਥੇ ਜਿਹੜਾ ਕੁਐਸਚਨ ਆ ਸਕਦਾ ਕਦੋਂ ਪਾਸ ਕੀਤਾ ਗਿਆ ਵੁੱਡ ਡਿਸਪੈਚ? 1854 ਦੇ ਵਿੱਚ, ਔਰ ਉਸ ਸਮੇਂ ਕੌਣ ਸੀ? ਲਾਰਡ ਡਲਹੌਜੀ। ਸੋ ਇੱਦਾਂ ਦੇ ਕੁਐਸਚਨ ਵੀ ਆ ਸਕਦੇ ਨੇ। ਕੁਐਸਚਨ ਨੰਬਰ 18 ਜੀ, ਬੰਗਾਲ ਦੀ ਵੰਡ ਕਦੋਂ ਕੀਤੀ ਗਈ? ਆਪਸ਼ਨ ਹੈ ਜੀ 1911, ਬੀ ਹੈ 1905, ਸੀ ਹੈ ਜੀ 1917, ਡੀ ਹੈ ਜੀ 1906 ਦੇ ਵਿੱਚ। ਆਨਸਰ ਹੈ ਜੀ ਆਪਸ਼ਨ ਬੀ 1905 ਦੇ ਵਿੱਚ ਜਿਹੜੀ ਬੰਗਾਲ ਦੀ ਵੰਡ ਕੀਤੀ ਗਈ ਸੀ ਜੀ ਲਾਰਡ ਕਰਜ਼ਨ ਦੇ ਦੁਆਰਾ। ਕੁਐਸਚਨ ਨੰਬਰ 19 ਹੈ ਜੀ, 1857 ਈਸਵੀ ਦਾ ਵਿਦਰੋਹ ਕਿਸ ਮਿਤੀ ਨੂੰ ਹੋਣਾ ਨਿਸ਼ਚਿਤ ਹੋਇਆ ਸੀ ਜੀ? ਆਪਸ਼ਨ ਹੈ ਜੀ 10 ਮਈ 1857 ਨੂੰ, ਬੀ ਹੈ ਜੀ 24 ਮਈ 1857 ਨੂੰ, ਸੀ ਹੈ ਜੀ 31 ਮਈ 1857 ਨੂੰ, ਡੀ ਹੈ ਜੀ ਕੋਈ ਵੀ ਮਿਤੀ ਨਿਸ਼ਚਿਤ ਨਹੀਂ ਸੀ ਜੀ। ਆਨਸਰ ਹੈ ਜੀ ਆਪਸ਼ਨ ਸੀ ਜੀ 31 ਮਈ 1857 ਜਿਹੜੀ ਹੈ ਪੂਰੇ ਦੇਸ਼ ਦੇ ਵਿੱਚ ਵਿਦਰੋਹ ਕਰਨ ਦੀ ਜਿਹੜੀ ਮਿਤੀ ਨਿਸ਼ਚਿਤ ਕੀਤੀ ਗਈ ਸੀ, ਪਰ 10 ਮਈ ਨੂੰ ਹੀ ਮੇਰਠ ਦੇ ਵਿੱਚ ਜਿਹੜਾ ਇਹ ਆਰੰਭ ਹੋ ਗਿਆ ਸੀ ਜੀ। ਮੰਗਲ ਪਾਂਡੇ ਨੇ ਜਿਹੜਾ ਹੈ ਗੋਲੀ ਚਲਾਈ ਸੀ, ਔਰ ਮੰਗਲ ਪਾਂਡੇ ਹੀ ਇਸ ਦਾ ਜਿਹੜਾ ਪਹਿਲਾ ਸ਼ਹੀਦ ਸੀ, ਔਰ ਫੇਲੀਅਰ ਦਾ ਇੱਕ ਕਾਰਨ ਰਿਹਾ ਹੈ ਸਮੇਂ ਤੋਂ ਪਹਿਲਾਂ ਇਸ ਦਾ ਜਿਹੜਾ ਵਿਦਰੋਹ ਦਾ ਆਰੰਭ ਹੋਣਾ ਜੀ। ਕੁਐਸਚਨ ਨੰਬਰ ਅੱਗੇ 20 ਹੈ ਜੀ, ਆਰੀਆ ਸਮਾਜ ਦੀ ਨੀਂਹ ਕਿਸ ਨੇ ਰੱਖੀ? ਆਪਸ਼ਨ ਹੈ ਜੀ ਰਾਜਾ ਰਾਮ ਮੋਹਨ ਰਾਏ, ਬੀ ਹੈ ਜੀ ਸਵਾਮੀ ਦਇਆਨੰਦ ਸਰਸਵਤੀ, ਸੀ ਹੈ ਜੀ ਕਰਨ ਅਲਾਕਟ, ਡੀ ਹੈ ਜੀ ਰਾਮ ਕ੍ਰਿਸ਼ਨ ਪਰਮਹੰਸ। ਆਨਸਰ ਆਏਗਾ ਜੀ ਆਪਸ਼ਨ ਬੀ ਸਵਾਮੀ ਦਇਆਨੰਦ ਸਰਸਵਤੀ ਜੀ ਨੇ ਆਰੀਆ ਸਮਾਜ ਦੀ ਨੀਂਹ ਰੱਖੀ ਸੀ ਜੀ 1875 ਈਸਵੀ ਦੇ ਵਿੱਚ ਬੰਬਈ ਦੇ ਵਿੱਚ ਜੀ। ਕੁਐਸਚਨ ਨੰਬਰ 21 ਹੈ ਜੀ, ਅੱਗੇ ਜੀਓਗ੍ਰਾਫੀ ਸਟਾਰਟ ਹੈ ਜੀ ਆਪਣੀ ਇੱਥੋਂ 20 ਆਪਾਂ ਕੁਐਸਚਨ ਜਿਹੜੇ ਹਿਸਟਰੀ ਦੇ ਲਏ ਸੀ ਜੀ। ਕੁਐਸਚਨ ਨੰਬਰ 21 ਹੈ ਜੀ, ਕਿਸ ਨੂੰ ਭੂਗੋਲ ਦਾ ਜੀਓਗ੍ਰਾਫੀ ਦਾ ਜਿਹੜਾ ਹੈ ਫਾਦਰ ਕਿਹਾ ਜਾਂਦਾ, ਪਿਤਾ ਕਿਹਾ ਜਾਂਦਾ? ਆਪਸ਼ਨ ਹੈ ਜੀ ਫਰੈਡਰਿਕ ਰੈਟਜ਼ਲ, ਬੀ ਹੈ ਜੀ ਹੈਕਟੀਅਸ, ਸੀ ਹੈ ਜੀ ਹੰਬੋਲਟ, ਡੀ ਹੈ ਜੀ ਕੋਈ ਨਹੀਂ। ਆਨਸਰ ਹੈ ਜੀ ਆਪਸ਼ਨ ਬੀ ਜੀ ਹੈਕਟੀਅਸ ਨੂੰ ਜਿਹੜਾ ਹੈ ਭੂਗੋਲ ਦਾ ਪਿਤਾ ਕਿਹਾ ਜਾਂਦਾ। ਯੂਨਾਨੀ ਵਿਦਵਾਨ ਸੀ ਜੀ ਉਹ, ਔਰ ਉਸਨੇ ਸਭ ਤੋਂ ਪਹਿਲਾਂ ਭੂਗੋਲਿਕ ਵਰਣਨ ਜਿਹੜਾ ਹੈ ਗੇਸ ਪੀਰੀਅਡਸ ਨਾਮੀ ਜਿਹੜੀ ਬੁੱਕ ਹੈ ਉਸ ਦੇ ਵਿੱਚ ਉਸ ਦੇ ਰਾਹੀਂ ਜਿਹੜਾ ਹੈ ਵਿਵਸਥਿਤ ਕੀਤਾ ਸੀ। ਔਰ ਆਧੁਨਿਕ ਭੂਗੋਲ ਦਾ ਜੇਕਰ ਪਿਤਾ ਪੁੱਛਿਆ ਜਾਏ ਤਾਂ ਉਹ ਸੀ ਹੰਬਲੋਟ ਜੀ। ਸੋ ਕੁਐਸਚਨ ਕਈ ਵਾਰੀ ਕਨਫਿਊਜ਼ ਕਰਦੇ ਨੇ ਇੱਦਾਂ ਦੇ ਹੀ, ਜੇਕਰ ਭੂਗੋਲ ਦਾ ਪਿਤਾ ਪੁੱਛਿਆ ਜਾਂਦਾ ਹੈ ਤਾਂ ਹੈਕੇਟਸ ਜੀ, ਔਰ ਜੇਕਰ ਆਧੁਨਿਕ ਭੂਗੋਲ ਦਾ ਪਿਤਾ ਪੁੱਛਿਆ ਜਾਂਦਾ ਤਾਂ ਯਾਦ ਰੱਖਣਾ ਹੰਬਲੋਟ ਜੀ। ਕੁਐਸਚਨ ਨੰਬਰ 22 ਹੈ ਜੀ, ਕਿਸ ਭੂਗੋਲ ਸ਼ਾਸਤਰੀ ਨੇ ਭਾਰਤ ਨੂੰ ਪਹਿਲੀ ਵਾਰ ਦੁਨੀਆ ਦੇ ਨਕਸ਼ੇ 'ਤੇ ਦਰਸਾਇਆ ਸੀ ਜੀ? ਆਪਸ਼ਨ ਹੈ ਜੀ ਐਨਵਿਲ, ਬੀ ਹੈ ਜੀ ਟਾਲਮੀ, ਸੀ ਹੈ ਜੀ ਹੰਬੋਲਟ, ਡੀ ਹੈ ਜੀ ਕਾਪਰਨਿਕਸ। ਆਨਸਰ ਹੈ ਜੀ ਆਪਸ਼ਨ ਬੀ ਟਾਲਮੀ ਨੇ ਜਿਹੜਾ ਹੈ ਭਾਰਤ ਨੂੰ ਦੁਨੀਆ ਦੇ ਨਕਸ਼ੇ ਦੇ ਉੱਤੇ ਪਹਿਲੀ ਵਾਰ ਦਰਸਾਇਆ ਸੀ ਜੀ। ਔਰ ਇੱਥੇ ਹੋਰ ਇਸ ਦੇ ਨਾਲ ਰਿਲੇਟਡ ਕੁਐਸਚਨ ਨੇ ਕਿ ਐਨਵਿਲ ਨੇ 1752 ਈਸਵੀ ਦੇ ਵਿੱਚ ਭਾਰਤ ਦਾ ਪਹਿਲਾ ਨਕਸ਼ਾ ਬਣਾਇਆ ਸੀ। ਜੇਕਰ ਕੁਐਸਚਨ ਆ ਜਾਏ ਕਿ ਭਾਰਤ ਦਾ ਪਹਿਲਾ ਨਕਸ਼ਾ ਕਿਸ ਨੇ ਬਣਾਇਆ? ਐਨਵਿਲ ਨੇ। ਕਦੋਂ ਬਣਾਇਆ? 1752 ਈਸਵੀ ਦੇ ਵਿੱਚ।
ਔਰ ਦੁਨੀਆ ਦਾ ਪਹਿਲਾ ਜਿਹੜਾ ਨਕਸ਼ਾ ਬਣਾਇਆ ਸੀ ਉਹ ਬਣਾਇਆ ਸੀ ਜੀ ਐਕਸੀਮੈਂਡਰ ਨੇ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 23, ਭਾਰਤੀ ਮਾਨ ਸਮਾਂ ਯਾਨੀ ਕਿ ਜਿਹੜਾ ਇੰਡੀਅਨ ਸਟੈਂਡਰਡ ਟਾਈਮ ਹੈ IST ਤੇ ਗ੍ਰੀਨਵਿਚ ਮੱਧ ਸੋ ਗ੍ਰੀਨਵਿਚ ਮੈਡੀਟੇਰੀਅਨ ਸਮੇਂ ਦੇ ਵਿੱਚ ਜਿਹੜਾ ਅੰਤਰ ਕਿੰਨਾ ਹੈ ਜੀ। ਆਪਸ਼ਨ A ਹੈ ਜੀ +12 ਘੰਟੇ, B ਹੈ ਜੀ -6 ਘੰਟੇ, C ਹੈ ਜੀ -5 ਘੰਟੇ 30 ਮਿੰਟ, D ਹੈ ਜੀ +5 ਘੰਟੇ 30 ਮਿੰਟ ਜੀ। ਆਨਸਰ ਆਏਗਾ ਜੀ ਆਪਸ਼ਨ D ਜੀ। ਭਾਰਤ ਦਾ ਜਿਹੜਾ ਸਮਾਂ ਹੈ ਉਹ ਗ੍ਰੀਨਵਿਚ ਦਾ ਜਿਹੜਾ ਟਾਈਮ ਹੈ ਉਸ ਨਾਲੋਂ ਪਲੱਸ ਹੈ ਜੀ 5 ਘੰਟੇ 30 ਮਿੰਟ ਅੱਗੇ ਚੱਲਦਾ ਜੀ। ਮੰਨ ਲਓ ਜੇ ਗ੍ਰੀਨਵਿਚ ਦੇ ਵਿੱਚ 5 ਵਜੇ ਨੇ ਤਾਂ 12 ਵਜੇ ਨੇ ਤਾਂ ਭਾਰਤ ਦੇ ਵਿੱਚ ਜਿਹੜਾ ਹੈ 5:30 ਮਿੰਟ ਹੋਣਗੇ। ਔਰ ਇਹ ਜਿਹੜਾ ਭਾਰਤ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਉਹ 82.5 ਡਿਗਰੀ ਦਿਸ਼ਾਂਤਰ ਲੌਂਗੀਟਿਊਡ 'ਤੇ ਜਿਹੜਾ ਹੈ ਨਿਸ਼ਚਿਤ ਕੀਤਾ ਗਿਆ ਜੀ। ਇਲਾਹਾਬਾਦ ਨੈਣੀ ਦੇ ਵਿੱਚ ਜਿਹੜੀ ਗੁਜ਼ਰਦੀ ਹੈ ਜੀ ਇਹ ਲਾਈਨ, ਇੱਕ ਇਮੈਜਰੀ ਲਾਈਨਾਂ ਨੇ ਆਪਾਂ ਡਿਸਕਸ ਕਰ ਚੁੱਕੇ ਹਾਂ। ਜਿਹੜਾ ਆਪਾਂ ਗਲੋਬ ਕੀਤਾ ਹੈ ਜੀ, ਗਲੋਬ ਦਾ ਪੂਰਾ ਇੱਕ ਟੌਪਿਕ ਅਪਲੋਡ ਹੈ ਉਹ ਤੁਸੀਂ ਦੇਖ ਸਕਦੇ ਹੋ। ਸੋ ਇੱਕ ਜਿਹੜਾ ਦਿਸ਼ਾਂਤਰ ਹੈ 4 ਮਿੰਟ ਦਾ ਹੁੰਦਾ ਜੀ ਲੌਂਗੀਟਿਊਡ, ਔਰ 82.5 ਡਿਗਰੀ ਨੂੰ ਜਦੋਂ ਆਪਾਂ 4 ਨਾਲ ਗੁਣਾ ਕਰਨੇ ਆ ਤਾਂ 330 ਮਿੰਟ ਆਊਗਾ। ਔਰ ਜਦੋਂ ਉਹਨੂੰ 60 ਮਿੰਟ ਕਿਉਂਕਿ 1 ਘੰਟੇ 'ਚ 60 ਮਿੰਟ ਹੁੰਦੇ ਨੇ 60 ਦੇ ਨਾਲ ਡਿਵਾਈਡ ਕਰਾਂਗੇ ਤਾਂ 5.5 ਘੰਟੇ ਆਊਗਾ ਜੀ। ਸੋ ਪੂਰਬ ਦੇ ਵਿੱਚ ਜਿਹੜੇ ਦੇਸ਼ ਨੇ ਉਹਨਾਂ ਦਾ ਸਮਾਂ ਜਿਹੜਾ ਅੱਗੇ ਚੱਲੂਗਾ ਔਰ ਗ੍ਰੀਨ ਵਿੱਚ ਤੋਂ ਜਿਹੜੇ ਪੱਛਮ ਦੇ ਵੱਲ ਦੇਸ਼ ਨੇ ਉਹਨਾਂ ਦਾ ਸਮਾਂ ਜਿਹੜਾ ਹੈ ਪਿੱਛੇ ਚੱਲੂਗਾ। ਕੁਐਸਚਨ ਨੰਬਰ 24 ਜੀ ਗਿਰ ਰਾਸ਼ਟਰੀ ਪਾਰਕ ਸਥਿਤ ਹੈ। ਆਪਸ਼ਨ A ਹੈ ਜੀ ਪਾਲਘਾਟ, B ਹੈ ਜੀ ਮਾਂਡਲਾ, C ਹੈ ਜੀ ਸ੍ਰੀਨਗਰ, D ਹੈ ਜੀ ਜੂਨਾਗੜ੍ਹ। ਆਨਸਰ ਆਏਗਾ ਜੀ ਆਪਸ਼ਨ D ਜੂਨਾਗੜ੍ਹ ਦੇ ਵਿੱਚ ਹੈ ਜੀ ਗਿਰ ਰਾਸ਼ਟਰੀ ਪਾਰਕ, ਔਰ ਜੂਨਾਗੜ੍ਹ ਜਿਹੜਾ ਹੈ ਉਹ ਗੁਜਰਾਤ ਦੇ ਵਿੱਚ ਹੈ ਜੀ। ਕੁਐਸਚਨ ਨੰਬਰ 25 ਹੈ ਜੀ 0 ਤੋਂ 23.5 ਡਿਗਰੀ ਉੱਤਰ ਵੱਲ ਖਿੱਚੀ ਅਕਸ਼ਾਂਸ਼ ਯਾਨੀ ਕਿ ਲੈਟੀਟਿਊਡ ਨੂੰ ਕੀ ਕਿਹਾ ਜਾਂਦਾ ਹੈ ਜੀ। ਆਪਸ਼ਨ A ਜੀ ਕਰਕ ਰੇਖਾ, ਟ੍ਰੋਪਿਕ ਆਫ ਕੈਂਸਰ, B ਹੈ ਜੀ ਭੂਮੱਧ ਰੇਖਾ ਇਕੁਏਟਰ, C ਹੈ ਜੀ ਮਕਰ ਰੇਖਾ ਟ੍ਰੋਪਿਕ ਆਫ ਕਾਰਪਿਕਨ, D ਹੈ ਜੀ ਆਰਕਟਿਕ ਰੇਖਾ। ਸੋ ਆਪਾਂ ਗਲੋਬ ਵਾਲੇ 'ਚ ਡਿਸਕਸ ਕੀਤਾ ਹੈ ਕਿਸ ਤਰ੍ਹਾਂ ਜਿਹੜਾ ਹੈ ਇੱਕ ਮੈਪ ਹੈ ਔਰ ਬਿਲਕੁਲ ਸੈਂਟਰ ਦੇ ਵਿੱਚੋਂ ਇੱਕ ਰੇਖਾ ਗੁਜ਼ਰਦੀ ਹੈ ਔਰ ਇੱਕ ਫਿਰ 23.5 ਡਿਗਰੀ ਅਤੇ ਫਿਰ 66.5 ਡਿਗਰੀ 'ਤੇ ਜੀ। ਇਸੇ ਤਰ੍ਹਾਂ ਦੱਖਣ ਦੇ ਵਿੱਚ ਹੈ ਜੀ ਉੱਪਰ ਵਾਲਾ ਜਿਹੜਾ ਉੱਤਰੀ ਧਰੁਵ ਹੁੰਦਾ, ਨੀਚੇ ਵਾਲਾ ਦੱਖਣੀ ਧਰੁਵ ਹੁੰਦਾ। ਦੱਖਣ ਦੇ ਵਿੱਚ ਵੀ 23.5 ਡਿਗਰੀ ਅਤੇ ਇੱਕ 66 ਡਿਗਰੀ 'ਤੇ ਰੇਖਾ ਹੈ। ਔਰ ਜਿਹੜੀ ਉੱਤਰ ਦੇ ਵਿੱਚ ਹੈ ਉੱਤਰ ਦੇ ਵੱਲ ਖਿੱਚੀ ਗਈ, ਉੱਪਰ ਜਿਹੜਾ ਹੈ ਉੱਤਰ ਹੈ, ਨੀਚੇ ਯਾਦ ਰੱਖਣਾ ਦੱਖਣ ਹੈ। ਉੱਤਰ ਦੇ ਵਿੱਚ ਜਿਹੜੀ ਇਹ ਸੈਕਿੰਡ ਲਾਈਨ ਖਿੱਚੀ ਗਈ ਹੈ 23.5 ਡਿਗਰੀ 'ਤੇ, ਇਸ ਨੂੰ ਜਿਹੜਾ ਹੈ ਕਰਕ ਰੇਖਾ ਕਿਹਾ ਜਾਂਦਾ ਹੈ, ਟ੍ਰੋਪਿਕ ਆਫ ਕੈਂਸਰ ਕਿਹਾ ਜਾਂਦਾ ਹੈ ਜੀ। ਔਰ ਉਸ ਤੋਂ ਬਾਅਦ ਜਿਹੜੀ ਹੈ ਬਿਲਕੁਲ ਸੈਂਟਰ ਦੇ ਵਿੱਚ ਇਸ ਨੂੰ ਇਕੁਏਟਰ ਕਿਹਾ ਜਾਂਦਾ ਹੈ ਜੀ। ਔਰ ਜਿਹੜੀ ਦੱਖਣ ਦੇ ਵਿੱਚ 23.5 ਡਿਗਰੀ 'ਤੇ ਰੇਖਾ ਹੈ ਇਸ ਨੂੰ ਜਿਹੜਾ ਹੈ ਮਕਰ ਰੇਖਾ ਟ੍ਰੋਪਿਕ ਆਫ ਕਾਰਪਿਕਨ ਕਿਹਾ ਜਾਂਦਾ ਜੀ। ਸੋ ਇਸ ਨੂੰ ਆਪਾਂ ਨੀਚੇ ਵੀ ਦਰਸਾਇਆ ਹੋਇਆ ਜੀ। ਭੂਮੱਧ ਰੇਖਾ 0 ਡਿਗਰੀ 'ਤੇ, ਮਕਰ ਰੇਖਾ ਜਿਹਨੂੰ ਆਪਾਂ ਕਹਿੰਦੇ ਹਾਂ ਜੀ ਟ੍ਰੋਪਿਕ ਆਫ ਕਾਰਪਿਕਨ, ਇਹ ਜਿਹੜੀ ਹੈ 23.5 ਡਿਗਰੀ ਦੱਖਣੀ ਧਰੁਵ ਦੇ ਵਿੱਚ ਹੈ। ਔਰ ਆਰਕਟਿਕ ਜਿਹੜੀ ਰੇਖਾ ਹੈ 66 ਡਿਗਰੀ ਅਤੇ ਜਿਹੜੀ ਆਪਾਂ ਗੱਲ ਕੀਤੀ ਹੈ ਉਹ ਉੱਤਰੀ ਧਰੁਵ ਦੇ ਵਿੱਚ ਹੈ। ਔਰ ਅੰਟਾਰਕਟਿਕ ਜਿਹੜੀ ਹੈ ਉਹ 66 ਡਿਗਰੀ ਦੱਖਣੀ ਅਰਧਗੋਲੇ ਦੇ ਵਿੱਚ ਹੈ। ਸੌਰੀ ਜੀ। ਨੈਕਸਟ ਹੈ ਜੀ ਕੁਐਸਚਨ ਨੰਬਰ ਆਪਣਾ 26 ਜੀ ਓਜ਼ੋਨ ਪਰਤ ਕਿਸ ਗੈਸ ਦਾ ਵਿਸ਼ੇਸ਼ ਰੂਪ ਹੈ। ਆਪਸ਼ਨ A ਜੀ ਕਾਰਬਨ ਡਾਈਆਕਸਾਈਡ, B ਹੈ ਆਕਸੀਜਨ, C ਹੈ ਜੀ ਆਰਗਨ, D ਹੈ ਜੀ ਨਾਈਟ੍ਰੋਜਨ। ਆਨਸਰ ਹੈ ਜੀ ਆਪਸ਼ਨ B ਜੀ ਓਜ਼ੋਨ ਆਕਸੀਜਨ ਦਾ ਹੀ ਇੱਕ ਜਿਹੜਾ ਹੈ ਵਿਸ਼ੇਸ਼ ਰੂਪ ਹੈ ਜੀ, ਜਿਹਨੂੰ O3 ਦੇ ਨਾਲ ਦਰਸਾਇਆ ਜਾਂਦਾ। ਰਸਾਇਣਿਕ ਸੂਤਰ ਜੇਕਰ ਓਜ਼ੋਨ ਦਾ ਪੁੱਛਿਆ ਜਾਵੇ ਤਾਂ O3 ਹੈ ਜੀ। ਔਰ ਇਹ ਸਾਨੂੰ ਜਿਹੜਾ ਹਾਨੀਕਾਰਕ ਪਰਾਵੈਂਗਣੀ ਕਿਰਨਾਂ ਨੇ ਸੂਰਜ ਤੋਂ ਆਉਂਦੀਆਂ ਨੇ ਉਹਨਾਂ ਤੋਂ ਸਾਨੂੰ ਬਚਾਉਂਦੀ ਹੈ, ਜੋ ਕਿ ਕਾਫੀ ਹਾਨੀਕਾਰਕ ਨੇ, ਜਿਨ੍ਹਾਂ ਦੇ ਨਾਲ ਜਿਹੜਾ ਚਮੜੀ ਦਾ ਕੈਂਸਰ ਵਗੈਰਾ ਹੋ ਜਾਂਦਾ। ਔਰ ਓਜ਼ੋਨ ਪਰਤ ਨੂੰ ਜਿਹੜੀਆਂ ਚੀਜ਼ਾਂ ਨਸ਼ਟ ਕਰ ਰਹੀਆਂ ਨੇ ਉਹ ਜਿਹੜੀਆਂ ਸਾਡੀ AC ਵਗੈਰਾ ਫਰਿੱਜਾਂ ਦੇ ਵਿੱਚੋਂ ਜਿਹੜੀ CFC ਗੈਸ ਨਿਕਲਦੀ ਹੈ ਉਸ ਦੇ ਨਾਲ ਜਿਹੜਾ ਹੈ ਨਸ਼ਟ ਹੋ ਰਹੀ ਹੈ ਜੀ। ਕੁਐਸਚਨ ਨੰਬਰ 27 ਹੈ ਜੀ ਹਵਾਈ ਜਹਾਜ਼ ਉਡਾਉਣ ਲਈ ਸਭ ਤੋਂ ਯੋਗ ਪਰਤ ਹੈ। ਆਪਸ਼ਨ A ਜੀ ਮੱਧਵਰਤੀ ਮੰਡਲ ਮੀਜ਼ੋਸਫੀਅਰ, B ਹੈ ਜੀ ਤਾਪ ਮੰਡਲ, C ਹੈ ਜੀ ਸਮਤਾਪ ਮੰਡਲ ਸਟ੍ਰੈਟੋਸਫੀਅਰ, D ਹੈ ਜੀ ਅਸ਼ਾਂਤੀ ਮੰਡਲ ਟ੍ਰੈਟੋਸਫੀਅਰ ਜੀ। ਆਨਸਰ ਹੈ ਜੀ ਆਪਸ਼ਨ C ਜੀ। ਸੋ ਹਵਾਈ ਜਹਾਜ਼ ਉਡਾਉਣ ਲਈ ਜਿਹੜੀ ਸਭ ਤੋਂ ਯੋਗ ਪਰਤ ਹੈ ਉਹ ਸਮਤਾਪ ਮੰਡਲ ਹੈ ਜੀ। ਸਟ੍ਰੈਟੋਸਫੀਅਰ ਹੈ ਜੀ ਜੋ ਕਿ 50 ਤੋਂ 55 ਕਿਲੋਮੀਟਰ ਤੱਕ ਜਿਹੜੀ ਹੈ ਫੈਲੀ ਹੋਈ ਹੈ ਜੀ, ਕਿਉਂਕਿ ਇਹ ਜਿਹੜੀ ਕਾਫੀ ਸ਼ਾਂਤ ਹੈ। ਇੱਥੇ ਜਿਹੜਾ ਮੌਸਮ ਵਗੈਰਾ ਪਰਿਵਰਤਨ ਨਹੀਂ ਹੁੰਦਾ, ਕਿਉਂਕਿ ਜਿਹੜਾ ਮੌਸਮ ਦਾ ਪਰਿਵਰਤਨ ਹੁੰਦਾ ਹੈ ਜਾਂ ਹੜ੍ਹ
ਹੜ੍ਹ ਕਹਿ ਰਿਹਾ ਜੀ, ਸੌਰੀ, ਮੀਂਹ ਵਗੈਰਾ, ਝੱਖੜ, ਬੱਦਲਵਾਈ ਹੁੰਦੀ ਹੈ, ਉਹ ਸਾਰੀ ਅਸ਼ਾਂਤੀ ਮੰਡਲ ਦੇ ਵਿੱਚ ਹੁੰਦੀ ਹੈ ਜੀ। ਕੁਐਸਚਨ ਨੰਬਰ ਅੱਗੇ 28 ਹੈ ਜੀ, ਧਰਤੀ ਦੀਆਂ ਪਰਤਾਂ ਦਾ ਸਹੀ ਕਰਮ ਹੈ। ਆਪਸ਼ਨ ਏ ਹੈ ਜੀ ਮੈਂਟਲ ਕੋਰ ਕਰਸਟ, ਬੀ ਹੈ ਜੀ ਕਰਸਟ ਕੋਰ ਮੈਂਟਲ, ਸੀ ਹੈ ਜੀ ਕਰਸਟ ਮੈਂਟਲ ਕੋਰ, ਡੀ ਹੈ ਜੀ ਮੈਂਟਲ ਕਰਸਟ ਕੋਰ। ਆਨਸਰ ਹੈ ਜੀ ਆਪਸ਼ਨ ਸੀ। ਸੋ ਸਭ ਤੋਂ ਉੱਪਰਲੀ ਜਿਹੜੀ ਪਰਤ ਹੈ ਉਹ ਕਰਸਟ ਹੈ ਜੀ, ਉਸ ਤੋਂ ਦੂਸਰੇ ਨੰਬਰ 'ਤੇ ਮੈਂਟਲ, ਉਸ ਤੋਂ ਬਾਅਦ ਕੋਰ ਜੀ। ਕੁਐਸਚਨ ਨੰਬਰ ਅੱਗੇ ਜੇਕਰ ਪੁੱਛਿਆ ਜਾਏ ਕਿੰਨੀਆਂ ਪਰਤਾਂ ਨੇ, ਤਾਂ 3 ਪਰਤਾਂ ਨੇ ਜੀ ਧਰਤੀ ਦੀਆਂ। ਇਹ ਵੀ ਜਿਹੜਾ ਹੈ ਡਿਸਕਸ ਹੈ ਜੀ, ਪੂਰਾ ਜਿਹੜਾ ਹੈ ਟੌਪਿਕ ਉਹ ਤੁਸੀਂ ਵੀਡੀਓ ਦੇਖ ਸਕਦੇ ਹੋ। ਕੁਐਸਚਨ ਨੰਬਰ 29 ਜੀ, ਹਵਾ ਵਿੱਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਹੈ। ਆਪਸ਼ਨ ਹੈ ਜੀ 0.01%, ਬੀ ਹੈ ਜੀ 0.03%, ਸੀ ਹੈ ਜੀ 0.10%, ਡੀ ਹੈ ਜੀ 21%। ਆਨਸਰ ਹੈ ਜੀ ਆਪਸ਼ਨ ਬੀ। ਹਵਾ ਗੈਸਾਂ ਦਾ ਆਪਾਂ ਨੂੰ ਪਤਾ ਹੈ ਕਿ ਮਿਸ਼ਰਣ ਹੈ ਜੀ, ਔਰ ਕਾਰਬਨ ਡਾਈਆਕਸਾਈਡ ਦੀ ਇਸ ਦੇ ਵਿੱਚ ਜਿਹੜੀ ਮਾਤਰਾ ਹੈ ਉਹ 0.03% ਹੈ ਜੀ। ਨਾਈਟ੍ਰੋਜਨ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਨਾਈਟ੍ਰੋਜਨ ਜਿਹੜੀ ਹੈ ਉਹ 78% ਹੈ ਜੀ, ਸਭ ਤੋਂ ਜ਼ਿਆਦਾ ਹੈ। ਉਸ ਤੋਂ ਬਾਅਦ ਆਕਸੀਜਨ ਹੈ ਜੀ 20.99%, ਆਰਗਨ ਹੈਗੀ ਹੈ ਜੀ ਉਸ ਤੋਂ ਬਾਅਦ 0.94%, ਔਰ ਹਾਈਡਰੋਜਨ 0.01% ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 30, ਵਾਯੂਮੰਡਲ ਦੀ ਕਿਹੜੀ ਗੈਸ ਧਰਤੀ ਦੁਆਲੇ ਇੱਕ ਕੰਬਲ ਦਾ ਕੰਮ ਕਰਦੀ ਹੈ। ਆਪਸ਼ਨ ਏ ਜੀ ਨਾਈਟ੍ਰੋਜਨ, ਬੀ ਹੈ ਆਕਸੀਜਨ, ਸੀ ਹੈ ਜੀ ਕਾਰਬਨ ਡਾਈਆਕਸਾਈਡ, ਡੀ ਹੈ ਜੀ ਆਰਗਨ। ਸਹੀ ਆਨਸਰ ਹੈ ਜੀ ਆਪਸ਼ਨ ਸੀ। ਕਾਰਬਨ ਡਾਈਆਕਸਾਈਡ ਜਿਹੜੀ ਇੱਕ ਕੰਬਲ ਦੀ ਤਰ੍ਹਾਂ ਕੰਮ ਕਰਦੀ ਹੈ ਧਰਤੀ ਦੇ ਵਾਯੂਮੰਡਲ ਨੂੰ ਗਰਮ ਰੱਖਣ ਦੇ ਲਈ। ਵਾਯੂਮੰਡਲ ਤੋਂ ਗਰਮੀ ਨੂੰ ਬਾਹਰ ਨਹੀਂ ਜਾਣ ਦਿੰਦੀ, ਔਰ ਧਰਤੀ ਨੂੰ ਇਹ ਜਿਹੜੀ ਹੈ ਗਰਮ ਰੱਖਦੀ ਹੈ ਕਾਰਬਨ ਡਾਈਆਕਸਾਈਡ ਜੀ। ਔਰ ਪੌਦਿਆਂ ਦੇ ਲਈ ਵੀ ਆਪਾਂ ਨੂੰ ਪਤਾ ਹੈ ਕਿ ਬਹੁਤ ਜ਼ਰੂਰੀ ਹੈ। ਜਿਸ ਤਰ੍ਹਾਂ ਆਪਣੇ ਲਈ ਆਕਸੀਜਨ ਜ਼ਰੂਰੀ ਹੈ ਸਾਹ ਲੈਣ ਲਈ, ਉਸੇ ਤਰ੍ਹਾਂ ਪੌਦਿਆਂ ਲਈ ਕਾਰਬਨ ਡਾਈਆਕਸਾਈਡ ਜ਼ਰੂਰੀ ਹੈ। ਕੁਐਸਚਨ ਨੰਬਰ 21 ਹੈ ਜੀ, ਕਿਸ ਗ੍ਰਹਿ ਨੂੰ ਧਰਤੀ ਦੀ ਜੁੜਵਾਂ ਭੈਣ ਕਿਹਾ ਜਾਂਦਾ ਹੈ। ਆਪਸ਼ਨ ਏ ਜੀ ਬੁੱਧ ਮਰਕਰੀ, ਬੀ ਹੈ ਜੀ ਸ਼ੁੱਕਰ ਵੀਨਸ, ਸੀ ਹੈ ਜੀ ਮੰਗਲ ਮਾਰਸ, ਡੀ ਹੈ ਜੀ ਧਰਤੀ ਅਰਥ। ਆਨਸਰ ਆਏਗਾ ਜੀ ਆਪਸ਼ਨ ਬੀ। ਸ਼ੁੱਕਰ ਨੂੰ ਜਿਹੜਾ ਹੈ, ਵੀਨਸ ਨੂੰ ਜਿਹੜਾ ਹੈ ਧਰਤੀ ਦੀ ਜੁੜਵਾਂ ਭੈਣ ਕਿਹਾ ਜਾਂਦਾ ਹੈ, ਔਰ ਇਸ ਤੋਂ ਇਲਾਵਾ ਇਸ ਨੂੰ ਜਿਹੜਾ ਹੈ ਸਵੇਰ ਦਾ ਤਾਰਾ ਯਾਨੀ ਕਿ ਮਾਰਨਿੰਗ ਸਟਾਰ ਔਰ ਈਵਨਿੰਗ ਸਟਾਰ, ਸ਼ਾਮ ਦਾ ਤਾਰਾ ਵੀ ਜਿਹੜਾ ਹੈ ਕਿਹਾ ਜਾਂਦਾ ਹੈ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 32, ਚੰਦਰਮਾ ਧਰਤੀ ਦੁਆਲੇ ਆਪਣਾ ਇੱਕ ਚੱਕਰ ਪੂਰਾ ਕਰਦਾ ਹੈ। ਆਪਸ਼ਨ ਏ ਜੀ 30 ਦਿਨ ਵਿੱਚ, ਬੀ ਹੈ ਜੀ 27 ਦਿਨਾਂ 8 ਘੰਟੇ ਵਿੱਚ, ਸੀ ਹੈ ਜੀ 29 ਦਿਨ 5 ਘੰਟੇ ਵਿੱਚ, ਡੀ ਹੈ ਜੀ 26 ਦਿਨ 6 ਘੰਟੇ ਦੇ ਵਿੱਚ ਜੀ। ਆਨਸਰ ਆਏਗਾ ਜੀ ਆਪਸ਼ਨ ਬੀ। 27 ਦਿਨ 8 ਘੰਟੇ ਦੇ ਵਿੱਚ ਜਿਹੜਾ ਹੈ ਚੰਦਰਮਾ ਧਰਤੀ ਦੁਆਲੇ ਆਪਣਾ ਇੱਕ ਜਿਹੜਾ ਚੱਕਰ ਹੈ ਉਹ ਪੂਰਾ ਕਰਦਾ ਹੈ। ਜਿਵੇਂ ਸਾਡੀ ਧਰਤੀ ਜਿਹੜੀ ਹੈ ਲਗਭਗ 24 ਘੰਟੇ ਇੱਕ ਚੱਕਰ ਪੂਰਾ ਕਰਦੀ ਹੈ ਆਪਣੀ ਧੁਰੀ ਦੇ ਦੁਆਲੇ, ਬਟ ਜਿਹੜਾ ਚੰਦਰਮਾ ਹੈ ਉਹ ਧਰਤੀ ਦੇ ਦੁਆਲੇ 27 ਦਿਨਾਂ ਅਤੇ 8 ਘੰਟੇ ਦੇ ਵਿੱਚ ਜਿਹੜਾ ਹੈ ਇੱਕ ਚੱਕਰ ਪੂਰਾ ਕਰਦਾ ਹੈ ਜੀ। ਸੋ ਸੂਰਜ ਦੇ ਦੁਆਲੇ ਇੱਥੇ ਆਪਾਂ ਗੱਲ ਕਰਨੀ ਸੀ ਕਿ ਸੂਰਜ ਦੁਆਲੇ ਜਿਸ ਤਰ੍ਹਾਂ ਸਾਡੀ ਧਰਤੀ ਘੁੰਮਦੀ ਹੈ 365 ਸਹੀ 1/4 ਦਿਨਾਂ ਦੇ ਵਿੱਚ, ਉਵੇਂ ਹੀ ਚੰਦਰਮਾ ਸਾਡੀ ਧਰਤੀ ਦਾ ਉਪਗ੍ਰਹਿ ਹੈ, ਉਹ ਚੰਦਰਮਾ ਜਿਹੜਾ ਹੈ ਧਰਤੀ ਦੁਆਲੇ 27 ਦਿਨਾਂ ਅਤੇ 8 ਘੰਟੇ ਦੇ ਵਿੱਚ ਘੁੰਮਦਾ ਹੈ। ਕੁਐਸਚਨ ਨੰਬਰ ਹੈ ਜੀ 33, ਆਪਣੀ ਧੁਰੀ ਦੁਆਲੇ ਸਭ ਤੋਂ ਤੇਜ਼ ਚੱਕਰ ਲਗਾਉਣ ਵਾਲਾ ਗ੍ਰਹਿ ਹੈ। ਆਪਸ਼ਨ ਏ ਜੀ ਧਰਤੀ ਅਰਥ, ਬੀ ਹੈ ਜੀ ਬ੍ਰਹਿਸਪਤੀ ਜੁਪੀਟਰ, ਸੀ ਹੈ ਜੀ ਮੰਗਲ ਜਿਹਨੂੰ ਮਾਰਸ ਵੀ ਕਹਿੰਦੇ ਆ, ਔਰ ਡੀ ਹੈ ਜੀ ਸ਼ੁੱਕਰ ਵੀਨਸ ਕਹਿੰਦੇ ਆ ਜਿਹਨੂੰ। ਆਨਸਰ ਆਏਗਾ ਜੀ ਆਪਸ਼ਨ ਬੀ। ਬ੍ਰਹਿਸਪਤੀ ਜੁਪੀਟਰ ਜਿਹੜਾ ਹੈ ਆਪਣੀ ਧੁਰੀ ਦੁਆਲੇ, ਜਿਸ ਤਰ੍ਹਾਂ ਸਾਡੀ ਧਰਤੀ ਆਪਣੀ ਧੁਰੀ ਦੁਆਲੇ ਜਿਸ ਦੇ ਨਾਲ ਦਿਨ ਅਤੇ ਰਾਤ ਬਣਦੇ ਨੇ ਜੀ, ਆਪਣੀ ਧੁਰੀ ਦੇ ਦੁਆਲੇ 24 ਘੰਟੇ ਦੇ ਵਿੱਚ ਇੱਕ ਚੱਕਰ ਪੂਰਾ ਕਰਦੀ ਹੈ। ਬ੍ਰਹਿਸਪਤੀ ਜਿਹੜਾ ਹੈ ਸਭ ਤੋਂ ਤੇਜ਼ ਜਿਹੜਾ ਹੈ ਆਪਣੀ ਧੁਰੀ ਦੁਆਲੇ ਚੱਕਰ ਲਗਾਉਂਦਾ ਜੀ 9.8 ਘੰਟੇ ਦੇ ਵਿੱਚ, ਔਰ ਸੂਰਜ ਦੇ ਦੁਆਲੇ ਇਹ ਚੱਕਰ ਲਗਾਉਂਦਾ ਹੈ ਜੀ 11 ਸਾਲ 315 ਦਿਨ ਔਰ 1 ਘੰਟੇ ਦੇ ਵਿੱਚ ਜੀ। ਔਰ ਸਭ ਤੋਂ ਭਾਰੀ ਅਤੇ ਸਭ ਤੋਂ ਵੱਡਾ ਗ੍ਰਹਿ ਹੈ ਜੀ ਬ੍ਰਹਿਸਪਤੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 34, ਫੋਬੋਸ ਅਤੇ ਡਿਮੋਸ ਕਿਸ ਗ੍ਰਹਿ ਦੇ ਉਪਗ੍ਰਹਿ ਹਨ। ਆਪਸ਼ਨ ਏ ਜੀ ਬੁੱਧ ਮਰਕਰੀ, ਬੀ ਹੈ ਜੀ ਸ਼ੁੱਕਰ ਵੀਨਸ, ਸੀ ਹੈ ਜੀ ਮੰਗਲ ਜਿਹਨੂੰ ਮਾਰਸ ਕਹਿੰਦੇ ਆਪਾਂ, ਡੀ ਹੈ ਜੀ ਅਰਨ। ਆਨਸਰ ਆਏਗਾ ਆਪਸ਼ਨ ਸੀ ਜੀ ਮੰਗਲ। ਮੰਗਲ ਦੇ ਜਿਹੜਾ ਹੈ ਉਪਗ੍ਰਹਿ ਨੇ ਜੀ, ਜਿਸ ਤਰ੍ਹਾਂ ਧਰਤੀ ਦਾ ਚੰਦਰਮਾ ਉਪਗ੍ਰਹਿ ਹੈ ਉਸੇ ਤਰ੍ਹਾਂ ਫੋਬੋਸ ਅਤੇ ਡਿਮੋਸ ਜਿਹੜੇ ਨੇ ਉਹ ਮੰਗਲ ਦੇ ਉਪਗ੍ਰਹਿ ਨੇ, ਔਰ ਡਿਮੋਸ ਜਿਹੜਾ ਸਭ ਤੋਂ ਛੋਟਾ ਉਪਗ੍ਰਹਿ ਹੈ ਜੀ। ਔਰ ਜਿਹੜਾ ਹੈ ਮੰਗਲ ਨੂੰ ਮਾਰਸ ਨੂੰ ਹੀ ਰੈੱਡ ਗ੍ਰਹਿ ਵੀ ਕਿਹਾ ਜਾਂਦਾ ਹੈ ਜੀ। ਔਰ ਇੱਕ ਚੀਜ਼ ਹੋਰ ਯਾਦ ਰੱਖਣੀ ਇੱਥੇ ਕਿ ਬੁੱਧ ਅਤੇ ਸ਼ੁੱਕਰ ਯਾਨੀ ਕਿ ਮਰਕਰੀ ਅਤੇ ਵੀਨਸ ਜਿਹੜੇ ਨੇ ਇਹਨਾਂ ਦੋਨਾਂ ਦਾ ਕੋਈ ਵੀ ਉਪਗ੍ਰਹਿ ਨਹੀਂ ਹੈ ਜੀ। ਔਰ
ਮੰਗਲ ਦੇ ਦਾ ਇੱਕ ਹੋਰ ਵਿਸ਼ੇਸ਼ਤਾ ਹੈ ਕਿ ਇੱਥੇ ਵਾਯੂਮੰਡਲ ਜਿਹੜਾ ਉਹ ਪਾਇਆ ਜਾਂਦਾ ਅਤੇ ਜੀਵਨ ਦੀ ਸੰਭਾਵਨਾ ਵੀ ਹੈਗੀ ਹੈ ਜੀ। ਕੁਐਸਚਨ ਨੰਬਰ 35 ਹੈ ਜੀ, ਪਲੂਟੋ ਨੂੰ ਕਦੋਂ ਗ੍ਰਹਿ ਸੂਚੀ ਵਿੱਚੋਂ ਕੱਢਿਆ ਗਿਆ? ਆਪਸ਼ਨ ਹੈ ਜੀ 25 ਅਗਸਤ 2004, ਬੀ ਹੈ ਜੀ 24 ਅਗਸਤ 2004, ਸੀ ਹੈ ਜੀ 23 ਫਰਵਰੀ 2007, ਡੀ ਹੈ ਜੀ 24 ਜਨਵਰੀ 2011। ਆਨਸਰ ਆਏਗਾ ਆਪਸ਼ਨ ਬੀ ਜੀ 24 ਅਗਸਤ 2004 ਨੂੰ ਜਿਹੜਾ ਹੈ ਪਲੂਟੋ ਨੂੰ ਗ੍ਰਹਿ ਸੂਚੀ ਦੇ ਵਿੱਚੋਂ ਕੱਢ ਦਿੱਤਾ ਗਿਆ ਸੀ ਜੀ, ਕਿਉਂਕਿ ਇੱਕ ਤਾਂ ਜਿਹੜਾ ਨੈਪਚੂਨ ਦੀ ਜਮਾਤ ਨੂੰ ਕੱਟਦਾ, ਦੂਸਰਾ ਆਕਾਰ ਵਿੱਚ ਚੰਦਰਮਾ ਤੋਂ ਛੋਟਾ ਹੈ ਔਰ ਬ੍ਰਿਤ ਆਕਾਰ ਵੀ ਨਹੀਂ ਹੈ। ਔਰ ਪਲੂਟੋ ਦੀ ਜਿਹੜੀ ਖੋਜ ਹੈ ਉਹ 1923 ਦੇ ਵਿੱਚ ਕਲਾਡ ਟਾਮਸੋ ਨੇ ਜਿਹੜੀ ਹੈ ਉਹ ਕੀਤੀ ਸੀ ਜੀ। ਔਰ ਗ੍ਰਹਿਆਂ ਦਾ ਵੀ ਪੂਰਾ ਆਪਣਾ ਜਿਹੜਾ ਹੈ ਸੌਰ ਮੰਡਲ ਦੀ ਵੀਡੀਓ ਅਪਲੋਡ ਹੈ ਡਿਟੇਲ ਦੇ ਵਿੱਚ, ਸਾਰੇ ਗ੍ਰਹਿ ਬਾਰੇ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਜਿਹੜੀ ਉਹ ਮਿਲ ਜੂਗੀ ਪਲੇਲਿਸਟ ਦੇ ਵਿੱਚ, ਤੁਸੀਂ ਵੀਡੀਓ ਨੂੰ ਦੇਖ ਸਕਦੇ ਹੋ ਜੀ। ਸੋ ਅੱਗੇ ਆਪਣਾ ਜਿਹੜਾ ਹੈ ਪੋਲੀਟੀਕਲ ਜਾਂ ਸਵਿਕਸ ਜਿਹੜੀ ਹੈ ਸਟਾਰਟ ਹੈ ਜੀ। ਕੁਐਸਚਨ ਨੰਬਰ 36, ਸੰਵਿਧਾਨ ਸਭਾ ਦੇ ਪਹਿਲੇ ਅਧਿਵੇਸ਼ਨ ਦੀ ਪ੍ਰਧਾਨਗੀ ਕਿਸ ਨੇ ਕੀਤੀ ਸੀ? ਆਪਸ਼ਨ ਹੈ ਜੀ ਡਾਕਟਰ ਰਜਿੰਦਰ ਪ੍ਰਸਾਦ, ਬੀ ਹੈ ਡਾਕਟਰ BR ਅੰਬੇਦਕਰ, ਸੀ ਹੈ ਜੀ ਡਾਕਟਰ ਸਚਿਦਾਨੰਦ ਸਿਨਹਾ, ਡੀ ਹੈ ਜੀ ਪੰਡਿਤ ਜਵਾਹਰ ਲਾਲ ਨਹਿਰੂ। ਆਨਸਰ ਆਏਗਾ ਜੀ ਆਪਸ਼ਨ ਸੀ। ਸਭ ਤੋਂ ਪਹਿਲੀ ਜਿਹੜਾ ਅਧਿਵੇਸ਼ਨ ਹੋਇਆ ਸੀ ਉਸ ਦੀ ਪ੍ਰਧਾਨਗੀ ਡਾਕਟਰ ਸਚਿਦਾਨੰਦ ਸਿਨਹਾ ਨੇ ਕੀਤੀ ਸੀ ਜੀ। ਔਰ ਪਹਿਲਾ ਅਧਿਵੇਸ਼ਨ ਜਿਹੜਾ ਹੋਇਆ ਸੀ 9 ਦਸੰਬਰ 1946 ਨੂੰ ਹੋਇਆ ਸੀ ਜੀ। ਔਰ ਉਸ ਦੇ ਨਾਲ ਹੋਰ ਇੰਪੋਰਟੈਂਟ ਕੁਐਸਚਨ ਹੈ, ਜਿਵੇਂ ਪੁੱਛਿਆ ਜਾਂਦਾ ਹੈ ਕਿ ਜਿਹੜੇ ਪਰਮਾਨੈਂਟ ਅਧਿਅਕਸ਼ ਕੌਣ ਸੀ? ਡਾਕਟਰ ਰਜਿੰਦਰ ਪ੍ਰਸਾਦ ਸੀ ਸੰਵਿਧਾਨ ਸਭਾ ਦੇ। ਜੇਕਰ ਖਰੜਾ ਕਮੇਟੀ ਦੇ ਪ੍ਰਧਾਨ ਪੁੱਛੇ ਜਾਣ, ਚੇਅਰਮੈਨ ਪੁੱਛੇ ਜਾਣ, ਤਾਂ ਉਹ ਡਾਕਟਰ BR ਅੰਬੇਦਕਰ ਸੀ ਜੀ। ਕੁਐਸਚਨ ਨੰਬਰ 37 ਜੀ, ਡਾਕਟਰ ਰਜਿੰਦਰ ਪ੍ਰਸਾਦ ਨੂੰ ਸੰਵਿਧਾਨ ਸਭਾ ਦਾ ਸਥਾਈ ਪ੍ਰਧਾਨ ਕਦੋਂ ਨਿਯੁਕਤ ਕੀਤਾ ਗਿਆ? ਆਪਸ਼ਨ ਹੈ ਜੀ 11 ਜਨਵਰੀ 1947, ਬੀ ਹੈ 11 ਦਸੰਬਰ 1946, ਸੀ ਹੈ ਜੀ 11 ਦਸੰਬਰ 10 ਦਸੰਬਰ 1946, ਡੀ ਹੈ ਜੀ 13 ਦਸੰਬਰ 1947 ਜੀ। ਆਨਸਰ ਹੈ ਜੀ ਆਪਸ਼ਨ ਬੀ। ਡਾਕਟਰ ਰਜਿੰਦਰ ਪ੍ਰਸਾਦ ਨੂੰ ਸੰਵਿਧਾਨ ਸਭਾ ਦਾ ਜਿਹੜਾ ਹੈ ਪਰਮਾਨੈਂਟ ਪ੍ਰਧਾਨ ਬਣਾਇਆ ਗਿਆ ਸੀ ਜੀ, ਉਹ 11 ਦਸੰਬਰ 1946 ਨੂੰ ਬਣਾਇਆ ਗਿਆ ਸੀ। ਕੁਐਸਚਨ ਨੰਬਰ 38 ਹੈ ਜੀ, ਸੰਵਿਧਾਨ ਦੀ 8ਵੀਂ ਅਨੁਸੂਚੀ ਦਾ ਜਿਹੜਾ ਸੰਬੰਧ ਕਿਸ ਦੇ ਨਾਲ ਹੈ? ਆਪਸ਼ਨ ਹੈ ਜੀ ਸ਼ਕਤੀਆਂ ਦੀ ਵੰਡ ਨਾਲ, ਬੀ ਹੈ ਭਾਸ਼ਾਵਾਂ ਨਾਲ, ਸੀ ਹੈ ਸੰਵਿਧਾਨ ਸੰਸ਼ੋਧਨ ਨਾਲ, ਡੀ ਹੈ ਜੀ ਪ੍ਰਧਾਨ ਮੰਤਰੀ ਦੀ ਚੋਣ ਨਾਲ। ਆਨਸਰ ਆਏਗਾ ਜੀ ਆਪਸ਼ਨ ਬੀ ਜੀ, ਲੈਂਗੁਏਜ ਦੇ ਨਾਲ ਸੰਬੰਧਿਤ ਹੈ। ਲੈਂਗੁਏਜ ਭਾਸ਼ਾਵਾਂ ਦੇ ਵਿੱਚ ਜਿਹੜਾ ਹੈ ਭਾਸ਼ਾਵਾਂ ਨੂੰ ਇਸ ਅਨੁਸੂਚੀ ਦੇ ਵਿੱਚ 8ਵੀਂ ਅਨੁਸੂਚੀ ਦੇ ਵਿੱਚ ਜਿਹੜਾ ਮਾਨਤਾ ਦਿੱਤੀ ਗਈ ਹੈ। 22 ਭਾਸ਼ਾਵਾਂ ਨੂੰ ਮਾਨਤਾ ਦਿੱਤੀ ਗਈ ਹੈ ਜੀ। ਔਰ ਉਹ 22 ਨੇ ਅਸਮੀਆ, ਬੰਗਲਾ, ਗੁਜਰਾਤੀ, ਹਿੰਦੀ, ਕੰਨੜ, ਕਸ਼ਮੀਰੀ, ਕੋਂਕਣੀ, ਮਲਿਆਲਮ, ਮਣੀਪੁਰੀ, ਮਰਾਠੀ, ਨੇਪਾਲੀ, ਉੜੀਆ, ਪੰਜਾਬੀ, ਸੰਸਕ੍ਰਿਤ, ਸਿੰਧੀ, ਤਾਮਿਲ ਔਰ ਤੇਲਗੂ, ਉਰਦੂ, ਬੋਡੋ, ਮੈਥਲੀ, ਸੰਥਾਲੀ ਅਤੇ ਡੋਗਰੀ ਜੀ। ਸੋ ਇੱਥੇ ਕਈ ਵਾਰੀ ਕੁਐਸਚਨ ਆ ਜਾਂਦਾ, ਆਪਾਂ ਨੂੰ 4 ਆਪਸ਼ਨ ਦੇ ਕੇ ਪੁੱਛਿਆ ਜਾ ਸਕਦਾ ਕਿ ਕਿਹੜੀ ਭਾਸ਼ਾ ਜਿਹੜੀ ਹੈ ਜਿਸ ਨੂੰ ਸੰਵਿਧਾਨ ਦੇ ਵਿੱਚ ਮਾਨਤਾ ਨਹੀਂ ਹੈ, ਉਸ ਦੀ ਚੋਣ ਕਰੋ। ਸੋ ਇਸ ਕਰਕੇ ਆਪਾਂ ਨੂੰ ਜਿਹੜੀਆਂ 22 ਭਾਸ਼ਾਵਾਂ ਨੇ ਇਹਨਾਂ ਦੇ ਜਾਣਕਾਰੀ ਹੋਣੀ ਚਾਹੀਦੀ। 1-2 ਵਾਰੀ ਵੀਡੀਓ ਸੁਣੋਗੇ ਜਾਂ ਦੇਖੋਗੇ ਤਾਂ ਜ਼ਰੂਰ ਯਾਦ ਹੋ ਜਾਊਗਾ ਜੀ। ਕੁਐਸਚਨ ਨੰਬਰ 39 ਹੈ ਜੀ, ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਕਿਸ ਦੇਸ਼ ਤੋਂ ਲੈ ਗਏ ਹਨ? ਆਪਸ਼ਨ ਹੈ ਜੀ ਆਸਟ੍ਰੇਲੀਆ, ਬੀ ਹੈ ਜੀ ਆਇਰਲੈਂਡ, ਸੀ ਹੈ ਦੱਖਣੀ ਅਫਰੀਕਾ, ਡੀ ਹੈ ਜੀ ਅਮਰੀਕਾ। ਆਨਸਰ ਹੈ ਜੀ ਆਪਸ਼ਨ ਬੀ, ਆਇਰਲੈਂਡ ਤੋਂ ਲੈ ਗਏ ਨੇ ਜੀ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ, ਡਾਇਰੈਕਟਿਵ ਪ੍ਰਿੰਸੀਪਲ ਨੇ ਜਿਹੜੇ। ਔਰ ਇਹ ਸੰਵਿਧਾਨ ਦੇ ਭਾਗ 4 ਦੇ ਵਿੱਚ ਅਨੁਛੇਦ 36 ਤੋਂ ਲੈ ਕੇ 51 ਤੱਕ ਦਰਜ ਨੇ ਜੀ। ਕਈ ਵਾਰੀ ਆ ਜਾਂਦਾ ਕਿ ਰਾਜ ਦੇ ਨੀਤੀ ਨਿਰਦੇਸ਼ ਕਿਸ ਭਾਗ ਦੇ ਵਿੱਚ ਨੇ? ਭਾਗ 4 ਦੇ ਵਿੱਚ ਨੇ। ਅਨੁਛੇਦ ਕਿਹੜਿਆਂ ਦੇ ਵਿੱਚ ਨੇ? 36 ਤੋਂ 51 ਤੱਕ। ਕੁਐਸਚਨ ਨੰਬਰ ਹੈ ਜੀ 40, ਮੌਲਿਕ ਅਧਿਕਾਰਾਂ ਦਾ ਜ਼ਿਕਰ ਕਿਸ ਅਨੁਛੇਦ ਵਿੱਚ ਹੈ? ਆਪਸ਼ਨ ਹੈ ਜੀ 35 ਤੋਂ 51, ਬੀ ਹੈ 15 ਤੋਂ 45, ਸੀ ਹੈ 12 ਤੋਂ 35, ਡੀ ਹੈ ਜੀ 18 ਤੋਂ 29। ਆਨਸਰ ਆਏਗਾ ਜੀ ਆਪਸ਼ਨ ਸੀ। ਅਨੁਛੇਦ 12 ਤੋਂ 35 ਦੇ ਵਿੱਚ ਜਿਹੜਾ ਹੈ ਮੌਲਿਕ ਅਧਿਕਾਰ ਦਿੱਤੇ ਗਏ ਨੇ ਸਾਨੂੰ, ਫੰਡਾਮੈਂਟਲ ਰਾਈਟ ਦਿੱਤੇ ਗਏ ਨੇ। 6 ਨੇ ਜੀ ਕੁੱਲ ਦਿੱਤੇ ਗਏ ਨੇ 12 ਤੋਂ 35 ਅਨੁਛੇਦ ਦੇ ਵਿੱਚ, ਭਾਗ 3 ਦੇ ਵਿੱਚ ਜੀ। ਔਰ ਅਮਰੀਕਾ ਤੋਂ ਲੈ ਗਏ ਨੇ, ਬਹੁਤ ਇੰਪੋਰਟੈਂਟ ਹੈ, ਮੌਲਿਕ ਅਧਿਕਾਰ ਕਿੱਥੋਂ ਲੈ ਗਏ ਨੇ? ਅਮਰੀਕਾ ਤੋਂ ਲੈ ਗਏ ਨੇ। ਪਹਿਲਾਂ ਯਾਦ ਰੱਖਣਾ ਕਿ 7 ਮੌਲਿਕ ਅਧਿਕਾਰ ਸੀ। ਸੰਪੱਤੀ ਦਾ ਅਧਿਕਾਰ ਜਿਹੜਾ ਹੈ 44ਵੇਂ ਸੰਸ਼ੋਧਨ 1978 ਦੁਆਰਾ ਜਿਹੜਾ ਖਤਮ ਕਰ ਦਿੱਤਾ ਗਿਆ। ਔਰ ਸੰਪੱਤੀ ਦਾ ਜਿਹੜਾ ਅਧਿਕਾਰ ਹੈ ਹੁਣ ਉਹ ਕਾਨੂੰਨੀ ਅਧਿਕਾਰ ਹੈ ਜੀ, ਉਸ ਨੂੰ ਜਿਹੜਾ ਕਾਨੂੰਨੀ ਅਧਿਕਾਰ ਬਣਾ ਦਿੱਤਾ ਗਿਆ। ਕੁਐਸਚਨ ਨੰਬਰ 41 ਹੈ ਜੀ, ਭਾਰਤੀ ਸੰਵਿਧਾਨ ਦੇ ਕਿਸ ਅਨੁਛੇਦ ਤਹਿਤ ਧਾਰਮਿਕ ਸੁਤੰਤਰਤਾ ਦਿੱਤੀ ਗਈ ਹੈ? ਆਪਸ਼ਨ ਹੈ ਜੀ 23 ਤੋਂ 28, ਬੀ ਹੈ 27 ਤੋਂ 29, ਸੀ ਹੈ ਜੀ 25 ਤੋਂ 28, ਡੀ ਹੈ ਜੀ 26 ਤੋਂ 38 ਜੀ।
ਆਨਸਰ ਹੈ ਜੀ ਆਪਸ਼ਨ ਸੀ ਜੀ। ਅਨੁਛੇਦ 25 ਤੋਂ 28 ਦੇ ਵਿੱਚ ਜਿਹੜੀ ਇਹ ਭਾਰਤੀ ਸੰਵਿਧਾਨ ਦੇ ਅਨੁਛੇਦ ਦੇ ਵਿੱਚ ਧਾਰਮਿਕ ਸੁਤੰਤਰਤਾ ਦਿੱਤੀ ਗਈ ਹੈ, ਜਿਸ ਦੇ ਤਹਿਤ ਜਿਹੜਾ ਹਰ ਵਿਅਕਤੀ ਕਿਸੇ ਵੀ ਧਰਮ ਨੂੰ ਅਪਣਾ ਸਕਦਾ ਔਰ ਆਪਣੇ ਧਰਮ ਦਾ ਪ੍ਰਚਾਰ ਜਿਹੜਾ ਉਹ ਕਰ ਸਕਦਾ ਜੀ। ਕੁਐਸਚਨ ਨੰਬਰ 42 ਹੈ ਜੀ, ਮੌਲਿਕ ਕਰਤੱਵ ਭਾਰਤੀ ਸੰਵਿਧਾਨ ਵਿੱਚ ਕਿਸ ਦੀ ਸਿਫਾਰਿਸ਼ 'ਤੇ ਸ਼ਾਮਲ ਕੀਤੇ ਗਏ? ਆਪਸ਼ਨ ਏ ਜੀ ਸਰਕਾਰੀਆ ਕਮਿਸ਼ਨ, ਬੀ ਹੈ ਜੀ ਸਰਦਾਰ ਸਵਰਨ ਸਿੰਘ ਕਮੇਟੀ, ਸੀ ਹੈ ਜੀ ਸਾਈਮਨ ਅਯੋਗ, ਡੀ ਹੈ ਜੀ ਕ੍ਰਿਸ਼ਨਾ ਸਵਾਮੀ ਕਮੇਟੀ। ਆਨਸਰ ਆਏਗਾ ਜੀ ਆਪਸ਼ਨ ਬੀ ਸਰਦਾਰ ਸਵਰਨ ਸਿੰਘ ਕਮੇਟੀ ਦੇ ਸਿਫਾਰਿਸ਼ 'ਤੇ ਜਿਹੜੇ ਨੇ ਇਹ ਮੌਲਿਕ ਕਰਤੱਵ ਜੋ ਕਿ 11 ਨੇ ਜੀ ਉਹ ਸ਼ਾਮਲ ਕੀਤੇ ਗਏ ਨੇ ਭਾਰਤੀ ਸੰਵਿਧਾਨ ਦੇ ਵਿੱਚ 42ਵੇਂ ਸੰਸ਼ੋਧਨ 1976 ਦੇ ਦੁਆਰਾ ਜੀ। ਔਰ ਅਨੁਛੇਦ 51A ਦੇ ਵਿੱਚ ਜਿਹੜਾ ਇਹਨਾਂ ਨੂੰ ਦਰਜ ਕੀਤਾ ਗਿਆ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 23, ਕਿਸ ਭਾਰਤੀ ਰਾਸ਼ਟਰਪਤੀ ਦਾ ਕਾਰਜਕਾਲ ਸਭ ਤੋਂ ਲੰਬਾ ਹੈ? ਆਪਸ਼ਨ ਏ ਜੀ ਡਾਕਟਰ ਰਾਮਨਾਥ ਕੋਵਿੰਦ, ਬੀ ਹੈ ਜੀ BD ਜੱਤੀ, ਸੀ ਹੈ ਪ੍ਰਤਿਭਾ ਦੇਵੀ ਪਟੇਲ, ਡੀ ਹੈ ਜੀ ਡਾਕਟਰ ਰਜਿੰਦਰ ਪ੍ਰਸਾਦ। ਆਨਸਰ ਹੈ ਜੀ ਆਪਸ਼ਨ ਡੀ ਡਾਕਟਰ ਰਜਿੰਦਰ ਪ੍ਰਸਾਦ ਦਾ ਜਿਹੜਾ ਕਾਰਜਕਾਲ ਹੈ ਸਭ ਤੋਂ ਲੰਬਾ ਹੈ ਜੀ। ਔਰ ਪਹਿਲੇ ਜਿਹੜੇ ਇਸਤਰੀ ਰਾਸ਼ਟਰਪਤੀ ਸੀ ਭਾਰਤ ਦੇ ਉਹ ਸ਼੍ਰੀਮਤੀ ਪ੍ਰਤਿਭਾ ਦੇਵੀ ਪਾਟਿਲ ਸਨ। ਕੁਐਸਚਨ ਨੰਬਰ 44 ਹੈ ਜੀ, ਭਾਰਤੀ ਸੰਸਦ ਕਿਸ ਤੋਂ ਮਿਲ ਕੇ ਬਣਦੀ ਹੈ? ਆਪਸ਼ਨ ਏ ਜੀ ਲੋਕ ਸਭਾ ਅਤੇ ਰਾਜ ਸਭਾ, ਬੀ ਹੈ ਜੀ ਲੋਕ ਸਭਾ ਰਾਜ ਸਭਾ ਵਿਧਾਨ ਸਭਾ, ਸੀ ਹੈ ਜੀ ਲੋਕ ਸਭਾ ਰਾਜ ਸਭਾ ਰਾਸ਼ਟਰਪਤੀ, ਡੀ ਹੈ ਜੀ ਲੋਕ ਸਭਾ ਰਾਜ ਸਭਾ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਜੀ। ਆਨਸਰ ਆਏਗਾ ਜੀ ਆਪਸ਼ਨ ਸੀ ਜੀ। ਸੋ ਇੱਥੇ ਕਈ ਵਾਰੀ ਕਨਫਿਊਜ਼ ਹੁੰਦੇ ਆ ਕਿ ਰਾਸ਼ਟਰਪਤੀ ਨੂੰ ਆਪਾਂ ਜਿਹੜਾ ਸੰਸਦ ਦਾ ਹਿੱਸਾ ਨਹੀਂ ਮੰਨਦੇ, ਪਰ ਭਾਰਤੀ ਸੰਵਿਧਾਨ ਦੇ ਅਨੁਛੇਦ 79 ਦੇ ਵਿੱਚ ਸਪਸ਼ਟ ਲਿਖਿਆ ਗਿਆ ਕਿ ਭਾਰਤ ਦੀ ਇੱਕ ਸੰਸਦ ਹੋਵੇਗੀ ਜਿਸ ਦੇ ਵਿੱਚ ਜਿਹੜਾ ਲੋਕ ਸਭਾ ਰਾਜ ਸਭਾ ਅਤੇ ਰਾਸ਼ਟਰਪਤੀ ਹੋਣਗੇ ਜੀ। ਕੁਐਸਚਨ ਨੰਬਰ ਅੱਗੇ ਹੈ ਜੀ 45, ਜੇਕਰ ਕਿਸੇ ਕਾਰਨ ਰਾਸ਼ਟਰਪਤੀ ਦਾ ਅਹੁਦਾ ਖਾਲੀ ਹੋ ਜਾਂਦਾ ਹੈ ਅਤੇ ਉਪ ਰਾਸ਼ਟਰਪਤੀ ਵੀ ਮੌਜੂਦ ਨਹੀਂ ਤਾਂ ਰਾਸ਼ਟਰਪਤੀ ਦੇ ਪਦ 'ਤੇ ਕੌਣ ਕੰਮ ਕਰੇਗਾ? ਆਪਸ਼ਨ ਹੈ ਜੀ ਪ੍ਰਧਾਨ ਮੰਤਰੀ, ਬੀ ਹੈ ਲੋਕ ਸਭਾ ਸਪੀਕਰ, ਸੀ ਹੈ ਜੀ ਸੁਪਰੀਮ ਕੋਰਟ ਦਾ ਮੁੱਖ ਜੱਜ, ਡੀ ਹੈ ਜੀ ਕੋਈ ਨਹੀਂ। ਆਨਸਰ ਹੈ ਜੀ ਆਪਸ਼ਨ ਸੀ, ਜੇਕਰ ਕਿਸੇ ਕਾਰਨਵਸ਼ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੋਨੋਂ ਨਹੀਂ ਰਹਿੰਦੇ ਤਾਂ। ਜੇਕਰ ਇਕੱਲਾ ਰਾਸ਼ਟਰਪਤੀ ਤੋਂ ਅਹੁਦਾ ਖਾਲੀ ਹੁੰਦਾ ਤਾਂ ਉਪ ਰਾਸ਼ਟਰਪਤੀ ਅਹੁਦਾ ਸੰਭਾਲਦਾ ਹੈ ਜੀ। ਜੇਕਰ ਉਪ ਰਾਸ਼ਟਰਪਤੀ ਵੀ ਨਹੀਂ ਤਾਂ ਸੁਪਰੀਮ ਕੋਰਟ ਦਾ ਮੁੱਖ ਜੱਜ ਜਿਹੜਾ ਉਹ ਕਾਰਜਵਾਹਕ ਰਾਸ਼ਟਰਪਤੀ ਦੇ ਵਜੋਂ ਕੰਮ ਕਰਦਾ ਔਰ ਮੁਹੰਮਦ ਹਿਦਾਇਤ ਉੱਲਾ ਜਿਹੜਾ ਇਹ ਭੂਮਿਕਾ ਨਿਭਾ ਚੁੱਕੇ ਨੇ ਜੀ। ਕੁਐਸਚਨ ਨੰਬਰ 46 ਹੈ ਜੀ, ਭਾਰਤੀ ਲੋਕ ਸਭਾ ਦੇ ਪਹਿਲੇ ਸਪੀਕਰ ਸਨ। ਆਪਸ਼ਨ ਏ ਹੈ ਜੀ MA ਅਇੰਗਰ, ਬੀ ਹੈ ਜੀ ਗਣੇਸ਼ ਵਾਸੂਦੇਵ ਮਾਲਵੰਕਰ, ਸੀ ਹੈ ਜੀ BM ਘਈ, ਡੀ ਹੈ ਜੀ ਉਪਰੋਕਤ ਵਿੱਚੋਂ ਕੋਈ ਨਹੀਂ। ਸੋ ਲੋਕ ਸਭਾ ਦੀਆਂ ਕਾਰਵਾਈਆਂ ਨੂੰ ਚਲਾਉਣ ਦੇ ਲਈ ਲੋਕ ਸਭਾ ਮੈਂਬਰ ਆਪਣੇ ਵਿੱਚੋਂ ਹੀ ਇੱਕ ਸਪੀਕਰ ਚੁਣਦੇ ਨੇ ਜੀ। ਔਰ ਪਹਿਲੇ ਸਪੀਕਰ ਜਿਹੜੇ ਸੀ ਉਹ ਗਣੇਸ਼ ਵਾਸੂਦੇਵ ਮਾਵਲੰਕਰ ਸੀ ਜੀ। ਆਪਸ਼ਨ ਬੀ ਸਹੀ ਆਨਸਰ ਹੈ। ਔਰ ਉਪ ਸਪੀਕਰ ਇੱਕ ਡਿਪਟੀ ਸਪੀਕਰ ਵੀ ਚੁਣਿਆ ਜਾਂਦਾ ਹੈ ਔਰ ਪਹਿਲੇ ਜਿਹੜੇ ਡਿਪਟੀ ਸਪੀਕਰ ਸੀ ਉਹ MA ਅਇੰਗਰ ਸੀ ਜੀ। ਕੁਐਸਚਨ ਨੰਬਰ 47 ਹੈ ਜੀ, ਕੋਈ ਬਿੱਲ ਧਨ ਬਿੱਲ ਹੈ ਜਾਂ ਨਹੀਂ, ਇਸ ਦਾ ਫੈਸਲਾ ਕੌਣ ਕਰਦਾ ਹੈ? ਆਪਸ਼ਨ ਏ ਜੀ ਸੰਸਦ, ਬੀ ਹੈ ਪ੍ਰਧਾਨ ਮੰਤਰੀ, ਸੀ ਹੈ ਲੋਕ ਸਭਾ ਸਪੀਕਰ, ਡੀ ਹੈ ਜੀ ਲੋਕ ਸਭਾ। ਆਨਸਰ ਹੈ ਜੀ ਆਪਸ਼ਨ ਸੀ, ਲੋਕ ਸਭਾ ਦਾ ਜਿਹੜਾ ਸਪੀਕਰ ਹੈ ਉਹ ਇਹ ਫੈਸਲਾ ਕਰਦਾ ਹੈ ਕਿ ਕੋਈ ਬਿੱਲ ਜਿਹੜਾ ਹੈ ਉਹ ਧਨ ਬਿੱਲ ਹੈ, ਵਿੱਤੀ ਬਿੱਲ ਹੈ ਜਾਂ ਨਹੀਂ ਹੈ। ਔਰ ਧਨ ਬਿੱਲ ਜਿਹੜਾ ਹੈ ਯਾਦ ਰੱਖਣਾ ਹੈ ਪਹਿਲਾਂ ਲੋਕ ਸਭਾ ਦੇ ਵਿੱਚ ਹੀ ਪੇਸ਼ ਕੀਤਾ ਜਾਂਦਾ ਹੈ ਜੀ। ਬਹੁਤ ਇੰਪੋਰਟੈਂਟ ਕੁਐਸਚਨ ਹੈ, ਕਨਫਿਊਜ਼ ਕਰਨ ਵਾਲੇ ਕੁਐਸਚਨ ਹੁੰਦੇ ਨੇ ਇੱਦਾਂ ਦੇ। ਬਾਕੀ ਦੇ ਜਿਹੜੇ ਬਿੱਲ ਨੇ ਉਹ ਲੋਕ ਸਭਾ ਜਾਂ ਰਾਜ ਸਭਾ ਦੇ ਵਿੱਚ ਕਿਤੇ ਵੀ ਪੇਸ਼ ਕੀਤੇ ਜਾ ਸਕਦੇ ਨੇ, ਪਰ ਜਿਹੜਾ ਧਨ ਬਿੱਲ ਹੈ, ਵਿੱਤੀ ਬਿੱਲ ਹੈ, ਉਹ ਸਿਰਫ ਸਭ ਤੋਂ ਪਹਿਲਾਂ ਲੋਕ ਸਭਾ ਦੇ ਵਿੱਚ ਹੀ ਪੇਸ਼ ਕੀਤਾ ਜਾ ਸਕਦਾ ਔਰ ਲੋਕ ਸਭਾ ਦਾ ਸਪੀਕਰ ਇਹ ਡਿਸਾਈਡ ਕਰਦਾ ਕਿ ਇਹ ਬਿੱਲ ਜਿਹੜਾ ਵਿੱਤੀ ਬਿੱਲ ਹੈ, ਧਨ ਬਿੱਲ ਹੈ ਜਾਂ ਨਹੀਂ ਜੀ। ਕੁਐਸਚਨ ਨੰਬਰ 48 ਹੈ ਜੀ, ਲੋਕ ਸਭਾ ਦੀ ਪਹਿਲੀ ਬੈਠਕ ਕਦੋਂ ਹੋਈ? ਆਪਸ਼ਨ ਏ ਜੀ 17 ਮਈ 1952, ਬੀ ਹੈ 13 ਮਈ 1952, ਸੀ ਹੈ ਜੀ 13 ਜਨਵਰੀ 1952, ਡੀ ਹੈ 26 ਜਨਵਰੀ 1950। ਆਨਸਰ ਹੈ ਜੀ ਆਪਸ਼ਨ ਬੀ 13 ਮਈ 1952 ਨੂੰ ਪਹਿਲੀ ਬੈਠਕ ਹੋਈ ਸੀ ਜੀ ਲੋਕ ਸਭਾ ਦੀ ਔਰ ਇਹਦਾ ਗਠਨ ਹੋਇਆ ਸੀ ਉਹ 17 ਅਪ੍ਰੈਲ 1952 ਨੂੰ ਹੋਇਆ ਸੀ। ਕੁਐਸਚਨ ਨੰਬਰ 49 ਜੀ, ਰਾਸ਼ਟਰਪਤੀ ਵਿੱਤੀ ਸੰਕਟ ਦੀ ਘੋਸ਼ਣਾ ਕਿਸ ਅਨੁਛੇਦ ਤਹਿਤ ਕਰ ਸਕਦਾ ਹੈ? ਆਪਸ਼ਨ ਏ ਜੀ 356, ਬੀ ਹੈ 352, ਸੀ ਹੈ ਜੀ 360, ਡੀ ਹੈ ਜੀ 350। ਆਨਸਰ ਹੈ ਜੀ ਆਪਸ਼ਨ ਸੀ, ਅਨੁਛੇਦ 360 ਦੇ ਤਹਿਤ ਜਿਹੜਾ ਹੈ ਵਿੱਤੀ ਸੰਕਟ ਰਾਸ਼ਟਰਪਤੀ ਨੂੰ ਜਿਹੜਾ ਸੰਕਟਕਾਲੀਨ ਸ਼ਕਤੀਆਂ ਦਿੱਤੀਆਂ ਗਈਆਂ ਨੇ ਜੀ, ਰਾਸ਼ਟਰੀ ਸੰਕਟ, ਵਿੱਤੀ ਸੰਕਟ ਅਤੇ ਸੰਵਿਧਾਨਿਕ ਸੰਕਟ ਜੀ। ਸੋ ਵਿੱਤੀ ਸੰਕਟ ਪੈਸੇ ਨਾਲ ਸੰਬੰਧਿਤ ਕੋਈ ਆਰਥਿਕ ਸੰਕਟ ਆਉਂਦਾ ਹੈ ਤਾਂ 360 ਦੇ ਤਹਿਤ ਸੰਕਟਕਾਲੀਨ ਦੀ ਘੋਸ਼ਣਾ ਕਰ ਸਕਦਾ ਹੈ।
ਔਰ ਸੰਵਿਧਾਨਿਕ ਸੰਕਟ, ਕਿਸੇ ਰਾਜ ਦੇ ਵਿੱਚ ਸੰਵਿਧਾਨਕ ਮਸ਼ੀਨਰੀ ਫੇਲ ਹੋ ਜਾਂਦੀ ਹੈ ਤਾਂ ਸੰਵਿਧਾਨਿਕ ਸੰਕਟ ਜਿਹੜਾ ਹੈ ਉਸ ਦੀ ਘੋਸ਼ਣਾ ਕਰ ਸਕਦਾ ਹੈ। ਔਰ ਅਨੁਛੇਦ 352 ਦੇ ਤਹਿਤ ਰਾਸ਼ਟਰੀ ਸੰਕਟ, ਜੇ ਕੋਈ ਬਾਹਰੀ ਯੁੱਧ ਕੋਈ ਦੇਸ਼ ਸਾਡੇ 'ਤੇ ਕਰ ਦਿੰਦਾ ਤਾਂ ਜਿਹੜਾ ਹੈ ਰਾਸ਼ਟਰੀ ਸੰਕਟ ਰਾਸ਼ਟਰਪਤੀ ਜਿਹੜਾ ਘੋਸ਼ਣਾ ਕਰ ਸਕਦਾ ਹੈ ਸੰਕਟ ਕਾਲ ਦੀ ਜੀ। ਕੁਐਸਚਨ ਨੰਬਰ 50 ਜੀ, ਭਾਰਤ ਵਿੱਚ ਜੱਜਾਂ ਦੀ ਨਿਯੁਕਤੀ ਕੀਤੀ ਜਾਂਦੀ ਹੈ। ਆਪਸ਼ਨ ਹੈ ਜੀ ਕਾਰਜਪਾਲਿਕਾ ਦੁਆਰਾ, ਬੀ ਹੈ ਜੀ ਜਨਤਾ ਰਾਹੀਂ, ਸੀ ਹੈ ਵਿਧਾਨਪਾਲਿਕਾ ਦੁਆਰਾ, ਡੀ ਹੈ ਜੀ ਉਪਰੋਕਤ ਵਿੱਚੋਂ ਕੋਈ ਨਹੀਂ। ਆਨਸਰ ਆਏਗਾ ਆਪਸ਼ਨ ਏ ਜੀ। ਅਮਰੀਕਾ ਅਤੇ ਭਾਰਤ ਦੇ ਵਿੱਚ ਜਿਹੜਾ ਹੈ ਜੱਜਾਂ ਦੀ ਨਿਯੁਕਤੀ ਉਹ ਕਾਰਜਪਾਲਿਕਾ ਦੇ ਦੁਆਰਾ ਕੀਤੀ ਜਾਂਦੀ ਹੈ। ਭਾਰਤ ਦੇ ਵਿੱਚ ਨਿਯੁਕਤੀ ਰਾਸ਼ਟਰਪਤੀ ਦੇ ਰਾਹੀਂ ਜਿਹੜੀ ਜੱਜਾਂ ਦੀ ਉਹ ਹੁੰਦੀ ਹੈ ਜੀ। ਰਾਸ਼ਟਰਪਤੀ ਪ੍ਰਧਾਨ ਮੰਤਰੀ ਦੇ ਸਲਾਹ ਦੇ ਨਾਲ ਜਿਹੜਾ ਜੱਜਾਂ ਦੀ ਨਿਯੁਕਤੀ ਕਰਦਾ ਜੀ। ਕੁਐਸਚਨ ਨੰਬਰ ਅੱਗੇ ਹੈ ਜੀ 51। ਸੋ ਪੈਡਾਗੋਗੀ ਦੇ ਨਾਲ ਜਿਹੜਾ ਹੈ ਸੰਬੰਧਿਤ ਨੇ ਜੀ। ਸਮਾਜਿਕ ਅਧਿਐਨ ਭਾਰਤੀ ਸਿੱਖਿਆ ਵਿੱਚ ਨਵਾਂ ਸ਼ਬਦ ਹੈ। ਇਹ ਸ਼ਬਦ ਕਿਸ ਕਮਿਸ਼ਨ ਨੇ ਕਹੇ? ਆਪਸ਼ਨ ਹੈ ਜੀ ਕੋਠਾਰੀ ਕਮਿਸ਼ਨ, ਬੀ ਹੈ ਜੀ ਸੈਕੰਡਰੀ ਸਿੱਖਿਆ ਕਮਿਸ਼ਨ, ਸੀ ਹੈ ਜੀ ਪ੍ਰਾਇਮਰੀ ਸਿੱਖਿਆ ਕਮਿਸ਼ਨ, ਡੀ ਹੈ ਜੀ ਕੋਈ ਨਹੀਂ। ਆਨਸਰ ਆਏਗਾ ਆਪਸ਼ਨ ਬੀ। 1952-53 ਦੇ ਵਿੱਚ ਜਿਹੜਾ ਹੈ ਸੈਕੰਡਰੀ ਸਿੱਖਿਆ ਕਮਿਸ਼ਨ ਆਇਆ ਸੀ, ਉਸ ਦੇ ਇਹ ਸ਼ਬਦ ਨੇ ਕਿ ਸਮਾਜਿਕ ਅਧਿਐਨ ਭਾਰਤੀ ਸਿੱਖਿਆ ਵਿੱਚ ਨਵਾਂ ਸ਼ਬਦ ਹੈ। ਕੁਐਸਚਨ ਨੰਬਰ ਅੱਗੇ 52 ਹੈ ਜੀ। ਸਮਾਜਿਕ ਅਧਿਐਨ ਵਿਸ਼ੇ ਦੀ ਸ਼ੁਰੂਆਤ ਕਦੋਂ ਮੰਨੀ ਜਾਂਦੀ ਹੈ? ਆਪਸ਼ਨ ਹੈ ਜੀ 19ਵੀਂ ਸਦੀ ਤੋਂ, ਬੀ ਹੈ ਜੀ 20ਵੀਂ ਸਦੀ ਤੋਂ, ਬੀ ਹੈ 18ਵੀਂ ਸਦੀ ਤੋਂ, ਸੀ ਹੈ ਜੀ 20ਵੀਂ ਸਦੀ ਤੋਂ, ਡੀ ਹੈ ਜੀ 21ਵੀਂ ਸਦੀ ਤੋਂ। ਆਨਸਰ ਹੈ ਜੀ ਆਪਸ਼ਨ ਸੀ। ਸਮਾਜਿਕ ਅਧਿਐਨ ਵਿਸ਼ੇ ਦੀ ਜਿਹੜੀ ਸ਼ੁਰੂਆਤ ਹੈ ਉਹ 20ਵੀਂ ਸਦੀ ਤੋਂ ਮੰਨੀ ਜਾਂਦੀ ਹੈ। ਕੁਐਸਚਨ ਨੰਬਰ 53 ਜੀ। ਸਮਾਜਿਕ ਅਧਿਐਨ ਵਿਸ਼ੇ ਦੇ ਸੰਬੰਧ ਵਿੱਚ ਅਮਰੀਕਾ ਵਿੱਚ ਇੱਕ ਵਿਸ਼ਾਲ ਜਿਹੜੀ ਕਾਨਫਰੰਸ ਹੈ ਕਦੋਂ ਹੋਈ? ਆਪਸ਼ਨ ਏ ਹੈ 1977, ਬੀ ਹੈ 1992, ਸੀ ਹੈ 1972, ਡੀ ਹੈ ਜੀ 1980। ਆਨਸਰ ਹੈ ਜੀ ਆਪਸ਼ਨ ਸੀ। 1972 ਦੇ ਵਿੱਚ ਇੱਕ ਜਿਹੜੀ ਵਿਸ਼ੇਸ਼ ਕਾਨਫਰੰਸ ਹੋਈ ਸੀ ਜੀ, ਵਿਸ਼ਾਲ ਕਾਨਫਰੰਸ ਹੋਈ ਸੀ ਅਮਰੀਕਾ ਦੇ ਵਿੱਚ ਸਮਾਜਿਕ ਅਧਿਐਨ ਵਿਸ਼ੇ ਦੇ ਸੰਬੰਧ ਵਿੱਚ। ਔਰ ਅਮਰੀਕਾ ਦਾ ਜਿਹੜਾ ਜੇਕਰ ਪੁੱਛਿਆ ਜਾਏ ਕਿਸ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ ਸਮਾਜਿਕ ਅਧਿਐਨ ਵਿਸ਼ੇ ਦੇ ਵਿੱਚ, ਤਾਂ ਅਮਰੀਕਾ ਦਾ ਜਿਹੜਾ ਹੈ ਵਿਸ਼ੇਸ਼ ਯੋਗਦਾਨ ਰਿਹਾ ਹੈ। ਕੁਐਸਚਨ ਨੰਬਰ ਅੱਗੇ ਹੈ ਜੀ 54। ਸਮਾਜਿਕ ਅਧਿਐਨ ਵਿਸ਼ੇ ਸੰਬੰਧੀ ਕਿਹੜੀਆਂ ਧਾਰਨਾਵਾਂ ਗਲਤ ਹਨ? ਆਪਸ਼ਨ ਏ ਜੀ ਕੇਵਲ ਸਮਾਜਿਕ ਸਮੱਸਿਆਵਾਂ ਦਾ ਅਧਿਐਨ ਹੈ, ਬੀ ਹੈ ਜੀ ਸੂਚਨਾਵਾਂ ਇਕੱਠਾ ਕਰਨਾ ਹੈ, ਸੀ ਹੈ ਜੀ ਅਲੱਗ-ਅਲੱਗ ਵਿਸ਼ਿਆਂ ਦਾ ਅਧਿਐਨ ਹੈ, ਡੀ ਹੈ ਜੀ ਉਪਰੋਕਤ ਸਾਰੀਆਂ। ਆਨਸਰ ਆਏਗਾ ਆਪਸ਼ਨ ਡੀ ਜੀ। ਉਪਰੋਕਤ ਸਾਰੀਆਂ ਧਾਰਨਾਵਾਂ ਜਿਹੜੀਆਂ ਨੇ ਉਹ ਸਮਾਜਿਕ ਵਿਸ਼ੇ ਦੇ ਪ੍ਰਤੀ ਗਲਤ ਨੇ। ਇਸ ਦਾ ਜਿਹੜਾ ਕੰਮ ਸਿਰਫ ਜਿਹੜਾ ਹੈ ਸਮਾਜਿਕ ਸਮੱਸਿਆਵਾਂ ਦੇ ਅਧਿਐਨ ਕਰਨਾ ਹੀ ਨਹੀਂ ਹੈ, ਨਾ ਹੀ ਸੂਚਨਾਵਾਂ ਇਕੱਠਾ ਕਰਨਾ ਅਤੇ ਨਾ ਹੀ ਅਲੱਗ-ਅਲੱਗ ਵਿਸ਼ਿਆਂ ਦਾ ਅਧਿਐਨ ਕਰਨਾ ਜੀ। ਅਗਲਾ ਹੈ ਜੀ ਕੁਐਸਚਨ ਨੰਬਰ 55। ਪ੍ਰੋਜੈਕਟ ਦਾ ਕੰਮ ਕਿਉਂ ਮਹੱਤਵਪੂਰਨ ਹੈ? ਆਪਸ਼ਨ ਏ ਜੀ ਅਧਿਆਪਕ ਦਾ ਕੰਮ ਘਟਦਾ ਹੈ, ਬੀ ਹੈ ਜੀ ਬੱਚੇ ਰੁੱਝੇ ਰਹਿੰਦੇ ਹਨ, ਸੀ ਹੈ ਜੀ ਕੰਮ ਕਰਕੇ ਸਿੱਖਣਾ ਵਧੇਰੇ ਸਥਾਈ ਸਿੱਖਿਆ ਪ੍ਰਾਪਤੀ ਹੈ, ਡੀ ਹੈ ਜੀ ਉਪਰੋਕਤ ਸਾਰੇ। ਆਨਸਰ ਹੈ ਜੀ ਆਪਸ਼ਨ ਸੀ। ਪ੍ਰੋਜੈਕਟ ਦੇ ਰਾਹੀਂ ਜਦੋਂ ਕੁਝ ਸਿੱਖਿਆ ਜਾਂਦਾ ਤਾਂ ਉਸ ਰਾਹੀਂ ਜਿਹੜਾ ਸਿੱਖਿਆ ਉਹ ਜ਼ਿਆਦਾ ਲੰਬੇ ਸਮੇਂ ਤੱਕ ਟਿਕਦਾ ਹੈ ਔਰ ਸਥਾਈ ਯਾਨੀ ਕਿ ਪਰਮਾਨੈਂਟ ਸਿੱਖਿਆ ਪ੍ਰਾਪਤੀ ਹੈ। ਬੱਚੇ ਉਸ ਚੀਜ਼ ਨੂੰ ਕਦੇ ਵੀ ਭੁੱਲਦੇ ਨਹੀਂ ਜੋ ਅਸੀਂ ਪ੍ਰੋਜੈਕਟ ਦੇ ਰਾਹੀਂ ਉਹਨਾਂ ਨੂੰ ਕਰਨ ਲਈ ਕਹਿੰਦੇ ਹਾਂ। ਕੁਐਸਚਨ ਨੰਬਰ ਹੈ ਜੀ 56। ਸਮਾਜਿਕ ਗਿਆਨ ਸਿਖਾਉਣ ਦਾ ਪ੍ਰਮੁੱਖ ਸੂਤਰ ਹੈ। ਆਪਸ਼ਨ ਹੈ ਜੀ ਕਠਿਨ ਤੋਂ ਆਸਾਨ ਵੱਲ, ਬੀ ਹੈ ਜੀ ਆਸਾਨ ਤੋਂ ਕਠਿਨ ਵੱਲ, ਸੀ ਹੈ ਜੀ ਅਮੂਰਤ ਤੋਂ ਮੂਰਤ ਵੱਲ, ਡੀ ਹੈ ਜੀ ਕੋਈ ਨਹੀਂ। ਆਨਸਰ ਆਏਗਾ ਜੀ ਆਪਸ਼ਨ ਬੀ ਆਸਾਨ ਤੋਂ ਯਾਨੀ ਕਿ ਸੌਖੇ ਤੋਂ ਔਖੇ ਵੱਲ। ਸੋ ਪ੍ਰਮੁੱਖ ਸੂਤਰ ਹੈ ਕਿ ਪਹਿਲਾਂ ਸੌਖੀਆਂ ਗੱਲਾਂ ਜਿਹੜੀਆਂ ਨੇ ਦੱਸੀਆਂ ਜਾਂਦੀਆਂ ਨੇ। ਜਿਵੇਂ ਫੋਰ ਐਗਜ਼ਾਮਪਲ ਅਸੀਂ ਸਿਰਫ ਪਹਿਲਾਂ ਬੱਚਿਆਂ ਨੂੰ ਇਹ ਦੱਸਦੇ ਹਾਂ ਕਿ ਤਾਜ ਮਹਿਲ ਹੈ, ਫਿਰ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਜਿਹੜਾ ਹੈ ਉਸ ਦੇ ਸੰਬੰਧੀ ਜਿਹੜੀ ਜਾਣਕਾਰੀ ਕਿਵੇਂ ਬਣਿਆ, ਕਿਸ ਨੇ ਬਣਾਇਆ, ਇਸ ਤਰ੍ਹਾਂ ਜਿਹੜਾ ਕਠਿਨਤਾ ਵੱਲ ਜਾਂਦੇ ਆ। ਕੁਐਸਚਨ ਨੰਬਰ 57 ਹੈ ਜੀ। ਪ੍ਰੋਜੈਕਟ ਕਾਰਜ ਦੀ ਮੁੱਢਲੀ ਸਟੇਜ ਹੈ। ਆਪਸ਼ਨ ਏ ਜੀ ਸਹਾਇਕ ਸਮੱਗਰੀ, ਬੀ ਹੈ ਜੀ ਗਿਆਨ ਨੌਲੇਜ, ਸੀ ਹੈ ਜੀ ਯੋਗ ਵਾਤਾਵਰਨ। ਤਾਂ ਮੁੱਢਲੀ ਸਟੇਜ ਜਿਹੜੀ ਪ੍ਰੋਜੈਕਟ ਕੰਮ ਦੀ ਹੈ, ਪ੍ਰੋਜੈਕਟ ਕਾਰਜ ਦੀ ਹੈ, ਉਹ ਹੈ ਸਹੀ ਯੋਗ ਜਿਹੜਾ ਵਾਤਾਵਰਨ ਦਾ ਹੋਣਾ ਜੀ, ਜਾਂ ਵਾਤਾਵਰਨ ਜਿਹੜਾ ਹੈ ਬੱਚਿਆਂ ਨੂੰ ਪ੍ਰੋਵਾਈਡ ਕਰਾਉਣਾ। ਕੁਐਸਚਨ ਨੰਬਰ 58 ਹੈ ਜੀ। ਪ੍ਰਭਾਵਸ਼ਾਲੀ ਨੇਤਾ ਦੇ ਗੁਣ ਪੈਦਾ ਕਰਨ ਲਈ ਅਧਿਆਪਕ ਵਿਦਿਆਰਥੀਆਂ ਦੇ ਨਜ਼ਰੀਏ ਨੂੰ ਕਿਵੇਂ ਵਿਕਸਿਤ ਕਰਦਾ ਹੈ? ਆਪਸ਼ਨ ਏ ਨਾਟਕ ਪੇਸ਼ਕਾਰੀ ਕਰਕੇ, ਬੀ ਹੈ ਜੀ ਭਾਸ਼ਣ ਮੁਕਾਬਲਾ ਕਰਵਾ ਕੇ, ਸੀ ਹੈ ਜੀ ਵਿਧਾਨ ਸਭਾ ਜਾ ਕੇ, ਡੀ ਹੈ ਜੀ ਏ ਅਤੇ ਬੀ ਦੋਨੋਂ। ਆਨਸਰ ਆਏਗਾ ਜੀ ਆਪਸ਼ਨ ਡੀ ਏ ਅਤੇ ਬੀ ਦੋਨੋਂ ਜੀ। ਸੋ ਨਾਟਕ ਦੀ ਪੇਸ਼ਕਾਰੀ ਕਰਕੇ ਉਸ ਦੇ ਵਿੱਚ ਜਿਹੜਾ ਉਸਨੂੰ ਇੱਕ ਲੀਡਰ ਦੀ ਭੂਮਿਕਾ ਦੇ ਕੇ ਵਿਦਿਆਰਥੀਆਂ ਨੂੰ, ਜਾਂ ਦੂਸਰਾ ਹੈ ਭਾਸ਼ਣ ਮੁਕਾਬਲੇ ਕਰਵਾ ਕੇ ਵੀ ਵਿਦਿਆਰਥੀ ਦੇ ਅੰਦਰ ਜਿਹੜਾ ਹੈ ਇੱਕ ਨੇਤਾ ਦੇ ਪ੍ਰਭਾਵਸ਼ਾਲੀ ਲੀਡਰ ਦੇ ਗੁਣ ਪੈਦਾ ਕੀਤੇ ਜਾ ਸਕਦੇ ਨੇ। ਕੁਐਸਚਨ ਨੰਬਰ 59 ਹੈ ਜੀ। ਵਿਦਿਆਰਥੀਆਂ ਨੂੰ ਮਿਤੀਆਂ ਬਾਰੇ ਗਿਆਨ ਦੇਣ ਲਈ
ਕਿਹੜੀ ਵਿਧੀ ਵਰਤੀ ਜਾ ਸਕਦੀ ਹੈ? ਆਪਸ਼ਨ ਹੈ ਜੀ ਰੱਟਾ ਲਗਵਾ ਕੇ, ਬੀ ਹੈ ਵਾਰ-ਵਾਰ ਅਭਿਆਸ ਦੁਆਰਾ, ਸੀ ਹੈ ਕੈਲੰਡਰ ਦਿਖਾ ਕੇ, ਡੀ ਹੈ ਜੀ ਸਮਾਂ ਚਾਰਟ ਦਿਖਾ ਕੇ ਜੀ। ਆਨਸਰ ਆਏਗਾ ਆਪਸ਼ਨ ਡੀ ਜੀ, ਸਮਾਂ ਚਾਰਟ ਦਿਖਾ ਕੇ ਜਿਹੜਾ ਬੱਚੇ ਨੂੰ ਵੱਖ-ਵੱਖ ਜੋ ਇਤਿਹਾਸ ਦੇ ਵਿੱਚ ਘਟਨਾਵਾਂ ਹੋਈਆਂ ਉਹਨਾਂ ਬਾਰੇ ਗਿਆਨ ਦਿੱਤਾ ਜਾ ਸਕਦਾ ਜੀ। ਨੈਕਸਟ ਹੈ ਜੀ ਕੁਐਸਚਨ ਨੰਬਰ 60, ਕਿਸ ਮੁਲਾਂਕਣ ਨੂੰ ਵਧੀਆ ਮੰਨਿਆ ਜਾਂਦਾ ਹੈ? ਤਿਮਾਹੀ ਮੁਲਾਂਕਣ, ਬੀ ਹੈ ਛਿਮਾਹੀ ਮੁਲਾਂਕਣ, ਸੀ ਹੈ ਸਾਲਾਨਾ ਮੁਲਾਂਕਣ, ਡੀ ਹੈ ਜੀ ਨਿਰੰਤਰ ਸਰਵ ਵਿਆਪਕ ਮੁਲਾਂਕਣ ਜੀ। ਆਨਸਰ ਆਏਗਾ ਜੀ ਆਪਸ਼ਨ ਡੀ, ਜੋ ਕੰਟੀਨਿਊਸ ਅਵੈਲੂਏਸ਼ਨ ਹੈ, ਨਿਰੰਤਰ ਜਿਹੜਾ ਸਰਵ ਵਿਆਪਕ ਮੁਲਾਂਕਣ ਹੈ ਉਸ ਨੂੰ ਸਭ ਤੋਂ ਵਧੀਆ ਮੰਨਿਆ ਜਾਂਦਾ ਜੀ, ਜਿਸ ਦੇ ਵਿੱਚ ਬੱਚੇ ਦਾ ਜਿਹੜਾ ਪੂਰੇ ਦਾ ਪੂਰਾ ਮੁਲਾਂਕਣ ਹੈ ਉਹ ਕੀਤਾ ਜਾਂਦਾ ਜੀ, ਔਰ ਨਿਰੰਤਰ ਹੁੰਦਾ ਜੀ ਹਰ ਐਕਟੀਵਿਟੀ ਦਾ ਉਸ ਚੀਜ਼ ਦਾ, ਔਰ ਇਸ ਨੂੰ ਜਿਹੜਾ ਸਭ ਤੋਂ ਵਧੀਆ ਮੰਨਿਆ ਜਾਂਦਾ ਸੀ। ਇਹ ਜੀ ਅੱਜ ਦਾ ਆਪਣਾ ਮਾਡਲ ਟੈਸਟ ਪੇਪਰ ਕਹਿ ਲਓ ਜਾਂ ਇਸ ਨੂੰ ਪ੍ਰੈਕਟਿਸ ਪੇਪਰ ਕਹਿ ਲਓ, ਜੋ ਵੀ ਤੁਸੀਂ ਕਹਿਣਾ ਚਾਹੋ, ਬਟ ਬਹੁਤ ਇੰਪੋਰਟੈਂਟ ਕੁਐਸਚਨ ਆਪਣੇ ਵੱਲੋਂ ਡਿਸਕਸ ਕੀਤੇ ਹੋਏ ਨੇ। ਔਰ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਵੱਧ ਤੋਂ ਵੱਧ ਸ਼ੇਅਰ ਲਾਈਕ ਔਰ ਜ਼ਰੂਰ ਕਰਨਾ, ਔਰ ਕਮੈਂਟ ਕਰਕੇ ਆਪਣੇ ਨੰਬਰ ਜ਼ਰੂਰ ਦੱਸਿਓ ਕਿ ਕਿੰਨੇ ਕੁ ਤੁਹਾਡੇ ਇਸ ਦੇ ਵਿੱਚੋਂ ਜਿਹੜੇ ਬਣਦੇ ਨੇ ਜੀ। ਸੋ ਥੈਂਕ ਯੂ ਫॉर ਵਾਚਿੰਗ ਦਾ ਵੀਡੀਓ।